ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਕਥਾ ਚੱਲ ਰਹੀ ਹੈ। 29 ਪੌੜੀਆਂ ਤੱਕ ਕੱਲ ਕਥਾ ਹੋ ਗਈ ਸੀ। ਅੱਜ 30ਵੀਂ ਪੌੜੀ ਦੀ ਕਥਾ ਸ਼ੁਰੂ ਹੋਣੀ ਹੈ। ਉਹਦੀ ਪਹਿਲੀ ਪੰਕਤੀ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਪੁਰਾਤਨ ਜਿਹੜੇ ਵਿਚਾਰ ਸਨ ਉਹਨਾਂ ਅਨੁਸਾਰ ਵੀ ਮਾਇਆ ਕਿਸੇ ਵਿਸ਼ੇਸ਼ ਜੁਗਤੀ ਨਾਲ ਗਰਭਵਤੀ ਹੋਈ। ਵਿਆਹੀ ਮੈਨੇ ਗਰਭਵਤੀ ਹੋਣਾ, ਪ੍ਰੈਗਨੈਂਟ ਹੋ ਜਾਣਾ। ਮਾਇਆ ਜਿਹੜੀ ਹੈ ਉਹ ਇੱਕ ਵਿਸ਼ੇਸ਼ ਜੁਗਤੀ ਦੇ ਨਾਲ ਗਰਭਵਤੀ ਹੋ ਗਈ। ਤਿੰਨ ਚੇਲੇ ਪਰਵਾਨ, ਅਤੇ ਉਸ ਤੋਂ ਪ੍ਰਸਿੱਧ ਪਰਵਾਨ ਜਿਹਨੂੰ ਲੋਕ ਆਮ ਪਰਵਾਨ ਕਰ ਲੈਣ, ਉਹ ਗੱਲ ਪ੍ਰਸਿੱਧ ਹੋਈ ਸੀ। ਉਹਨਾਂ ਤਿੰਨ ਪ੍ਰਸਿੱਧ ਪੁੱਤਰ ਪੈਦਾ ਹੋਏ ਉਹ ਮਾਇਆ ਤੋਂ। ਤਿੰਨ ਚੇਲੇ ਭਾਵ ਤਿੰਨ ਪੁੱਤਰ ਹੋਏ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸੰਸਾਰ ਪੈਦਾ ਕਰਨ ਲਈ ਕਹਿੰਦੇ ਬ੍ਰਹਮਾ ਜੀ ਦੀ ਡਿਊਟੀ ਲਾਤੀ। ਸੰਸਾਰ ਨੂੰ ਪਾਲਣ ਪੋਸ਼ਣ ਲਈ ਜਿਹੜਾ ਭੰਡਾਰੀ ਬਣਾਇਆ ਵਿਸ਼ਨੂੰ ਮਹਾਰਾਜ ਬਣਾਇਆ, ਅਤੇ ਸੰਸਾਰ ਨੂੰ ਲੈ ਕਰਨ ਲਈ ਸ਼ਿਵ ਜੀ ਬਣਾਇਆ। ਉਹਦਾ ਦੀਵਾਨ ਹੈ, ਦਰਬਾਰ ਹੈ, ਕਚਹਿਰੀ ਹੈ। ਇੱਕ ਸੰਸਾਰੀ ਹੈ, ਸੰਸਾਰ ਬਣਾਉਣ 'ਚ ਲੱਗਾ ਹੋਇਆ। ਇੱਕ ਭੰਡਾਰੀ ਹੈ ਜਿਸ ਨੇ ਸੰਸਾਰ ਨੂੰ ਖਾਣ ਪੀਣ ਨੂੰ ਦੇਣਾ, ਉਹ ਭੰਡਾਰੀ ਵਿਸ਼ਨੂੰ ਹੈ। ਇੱਕ ਦਰਬਾਰ ਲਾਉਂਦਾ, ਮੌਤ ਦੀ ਸਜ਼ਾ ਦਿੰਦਾ ਹੈ, ਉਹ ਸ਼ਿਵ ਜੀ ਹੈ। ਇਹ ਮੰਨੇ ਵੀ ਤਿੰਨ ਦੇਵਤੇ ਨੇ, ਇਹ ਮਾਇਆ ਦੇ ਤਿੰਨ ਪੁੱਤਰ ਨੇ। ਪਰ ਸਿੱਖ ਧਰਮ ਇਹ ਕਹਿੰਦਾ ਕਿ ਅਜਿਹਾ ਨਹੀਂ ਹੈ। ਪਰਮਾਤਮਾ ਨੇ ਕੋਈ ਇਹ ਦੇਵਤੇ ਨਹੀਂ ਆਪ ਬਣਾਏ। ਪਰਮਾਤਮਾ ਦੇ ਹੁਕਮ ਨਾਲ ਇਹ ਸਾਰਾ ਸੰਸਾਰ ਬਣਿਆ, ਅਤੇ ਉਹਦਾ ਜਿਹੜਾ ਹੁਕਮ ਹੈ ਉਹੀ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਕਿਉਂਕਿ ਜੇ ਇਹ ਤਿੰਨੋਂ ਚਲਾਉਂਦੇ ਹੁੰਦੇ ਤਾਂ ਸਾਰੇ ਸੰਸਾਰ ਦੇ ਲੋਕ ਇਹਨਾਂ ਨੂੰ ਮੰਨਦੇ, ਪਰ ਇਹਨਾਂ ਨੂੰ ਤਾਂ ਸਿਰਫ ਹਿੰਦੂ ਵੀਰ ਨੇ ਉਹੀ ਮੰਨਦੇ ਨੇ, ਬਾਕੀ ਹੋਰ ਕੌਮਾਂ ਇਹਨਾਂ ਨੂੰ ਨਹੀਂ ਮੰਨਦੀਆਂ। ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਧਰਮ ਇਹ ਕਹਿੰਦਾ ਕਿ ਇਹ ਨਹੀਂ ਸੰਸਾਰ ਨੂੰ ਚਲਾ ਰਹੇ, ਨਾ ਇਹਨਾਂ ਨੇ ਸੰਸਾਰ ਪੈਦਾ ਕੀਤਾ, ਨਾ ਇਹ ਚਲਾ ਰਹੇ ਨੇ, ਨਾ ਇਹਨਾਂ ਮਾਰਨਾ। ਧਰਮ ਅਨੁਸਾਰ ਗੁਰਬਾਣੀ ਸਾਡਾ ਜਨਮ ਪਰਮਾਤਮਾ ਦੇ ਹੁਕਮ ਨਾਲ ਹੁੰਦਾ, ਪਰਮਾਤਮਾ ਦੇ ਹੁਕਮ ਨਾਲ ਹੀ ਸਾਡੀ ਮੌਤ ਹੁੰਦੀ ਹੈ। ਅਸੀਂ ਉਹਦੇ ਹੁਕਮ ਨਾਲ ਹੀ ਸੰਸਾਰ 'ਤੇ ਆਏ ਹਾਂ, ਉਹਦੇ ਹੁਕਮ ਨਾਲ ਅਸੀਂ ਇੱਥੋਂ ਜਾਣਾ ਹੈ। ਇਸ ਲਈ ਸਿੱਖ ਧਰਮ ਕਹਿੰਦਾ ਹੈ, ਜਿਵ ਤਿਸ ਭਾਵੈ ਤਿਵੇਂ ਚਲਾਵੈ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਉਵੇਂ ਇਹ ਸ੍ਰਿਸ਼ਟੀ ਨੂੰ ਚਲਾਉਂਦਾ। ਜਿਵ ਹੋਵੈ ਫਰਮਾਨ, ਜਿਵੇਂ ਉਹਦਾ ਹੁਕਮ ਹੁੰਦਾ, ਉਹ ਆਪਣੇ ਹੁਕਮ ਅਨੁਸਾਰ ਇਸ ਸੰਸਾਰ ਨੂੰ ਚਲਾਉਂਦਾ। ਉਹ ਵੇਖੇ ਪਰਮਾਤਮਾ ਤਾਂ ਇਹਨਾਂ ਨੂੰ ਵੇਖ ਰਿਹਾ ਹੈ, ਉਹਨਾਂ ਨਜ਼ਰ ਨਾ ਆਵੇ, ਪਰ ਇਹਨਾਂ ਤਿੰਨਾਂ ਚੇਲਿਆਂ ਨੂੰ ਪਰਮਾਤਮਾ ਦਿਸਦਾ ਨਹੀਂ ਹੈ। ਬਹੁਤਾ ਇਹ ਵਿਡਾਨ, ਬਹੁਤੀ ਹੈਰਾਨੀ ਵਾਲੀ ਗੱਲ ਇਹੀ ਹੈ ਕਿ ਪਰਮਾਤਮਾ ਇਹਨਾਂ ਨੂੰ, ਬ੍ਰਹਮਾ ਨੂੰ, ਵਿਸ਼ਨੂੰ ਨੂੰ, ਸ਼ਿਵ ਜੀ ਨੂੰ ਵੇਖ ਰਿਹਾ ਹੈ, ਪਰ ਇਹਨਾਂ ਨੂੰ ਪਰਮਾਤਮਾ ਨਹੀਂ ਦਿਸ ਰਿਹਾ ਹੈ। ਕਹਿੰਦੇ ਹੈਰਾਨੀ ਦੀ ਗੱਲ ਇਹ ਹੈ। ਇਹਨੂੰ ਇਹੋ ਨਹੀਂ ਪੜ੍ਹਨਾ। ਇਹ ਜਿਹੜਾ ਵਿਡਾਨ ਅੱਗੇ ਸ਼ਬਦ ਆਇਆ, ਵਿਡਾਨ ਅਣਾ ਨੇ ਨੌਕਰ ਲਾ ਕੇ ਪੁਲਿੰਗ ਬਣਾਇਆ ਹੋਇਆ ਹੈ ਅਤੇ ਇੱਕ ਵਚਨ ਹੈ। ਇਹਦੇ ਅੱਗੇ ਜਿਹੜਾ ਸ਼ਬਦ ਹੈ ਇਹ ਹਾਹੇ ਨੌਕਰ ਇਸ ਲਈ ਲਾਇਆ ਹੈ ਕਿ ਇਹ ਜਿਹੜਾ ਸ਼ਬਦ ਹੈ ਇੱਕ ਵਚਨ ਹੈ ਅਤੇ ਪੁਲਿੰਗ ਹੈ। ਸਿਰਫ ਇਸ ਲਈ ਹਾਹੇ ਨੌਕਰ ਲੱਗਾ, ਬੋਲਣ ਲਈ ਨਹੀਂ ਹੈ।
ਜਦੋਂ ਇਹੋ ਸ਼ਬਦ ਹੋਵੇਗਾ ਉਦੋਂ ਈੜੀ ਨੂੰ ਲਾਂ ਅਤੇ ਹਾਹੇ ਨੂੰ ਹੋੜਾ ਹੋਵੇਗਾ। ਜਦੋਂ ਇਹੋ ਸ਼ਬਦ ਹੋਏਗਾ ਨਾ ਉਦੋਂ ਹਾਹੇ ਨੂੰ ਹੋੜਾ ਲੱਗਾ ਹੋਵੇਗਾ, ਉਦੋਂ ਇਹੋ ਪੜ੍ਹਨਾ। ਬਹੁਤਾ ਇਹ ਵਿਡਾਨ, ਬਹੁਤੀ ਅਚਰਜਤਾ, ਬਹੁਤੀ ਹੈਰਾਨੀ ਦੀ ਗੱਲ ਇਹ ਹੈ ਕਿ ਪਰਮਾਤਮਾ ਇਹਨਾਂ ਨੂੰ ਵੇਖ ਰਿਹਾ, ਪਰ ਇਹਨਾਂ ਨੂੰ ਪਰਮਾਤਮਾ ਨਹੀਂ ਦਿਸ ਰਿਹਾ। ਇਸ ਲਈ ਪਰਮਾਤਮਾ ਆਪਣੀ ਮਰਜ਼ੀ ਨਾਲ ਇਹ ਸੰਸਾਰ ਬਣਾਉਂਦਾ ਹੈ, ਆਪਣੀ ਮਰਜ਼ੀ ਨਾਲ ਹੀ ਇਸ ਸੰਸਾਰ ਨੂੰ ਚਲਾਉਂਦਾ ਹੈ। ਉਹਦੇ ਹੁਕਮ ਅਨੁਸਾਰ ਹੀ ਸਭ ਕੁਝ ਚੱਲ ਰਿਹਾ ਹੈ। ਆਦੇਸ਼ ਤਿਸੈ ਆਦੇਸ਼, ਇਹੋ ਜਿਹੇ ਪਰਮਾਤਮਾ ਨੂੰ ਕਹਿੰਦੇ ਸਾਡੇ ਨਮਸਕਾਰ ਹੈ, ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦ ਪਰਮਾਤਮਾ ਸਭ ਦਾ ਆਦ ਹੈ, ਆਰੰਭ ਹੈ। ਅਨੀਲ ਜਿਹੜਾ ਦਾ ਕੋਈ ਰੂਪ ਰੰਗ ਨਾ ਹੋਵੇ। ਅਨਾਦ ਜਿਹਦਾ ਆਪਣਾ ਆਦ ਆਰੰਭ ਨਾ ਹੋਵੇ। ਉਹ ਸਾਰਿਆਂ ਦਾ ਆਦ ਹੈ, ਉਹ ਰੂਪ ਰੰਗ ਤੋਂ ਨਿਆਰਾ ਹੈ, ਅਨਾਦ ਹੈ। ਉਹਦਾ ਆਪਣਾ ਆਦ ਆਰੰਭ ਨੂੰ ਕਹਿੰਦੇ, ਉਹਦਾ ਆਪਣਾ ਆਦ ਕੋਈ ਨਹੀਂ। ਅਨਾਹਤ ਉਹ ਅਵਿਨਾਸ਼ੀ ਹੈ, ਉਹ ਨਾਸ ਹੋਣ ਵਾਲਾ ਨਹੀਂ ਹੈ। ਯੁਗ ਯੁਗ ਏਕੋ ਵੇਸ, ਅਤੇ ਹਰ ਇੱਕ ਯੁੱਗ ਵਿੱਚ ਉਹ ਇੱਕੋ ਜਿਹਾ ਹੈ। ਉਹ 'ਚ ਪਰਿਵਰਤਨ ਨਹੀਂ ਆਇਆ ਕਿ ਸਤਯੁਗ 'ਚ ਹੋਰ ਤਰ੍ਹਾਂ ਦਾ ਸੀ, ਤ੍ਰੇਤੇ 'ਚ ਹੋਰ ਸੀ, ਦੁਆਪਰ 'ਚ ਹੋਰ ਸੀ, ਹੁਣ ਹੋਰ ਤਰ੍ਹਾਂ ਦਾ ਨਹੀਂ। ਇੱਕੋ ਹੀ ਵੇਸ ਹੈ, ਇੱਕੋ ਤਰ੍ਹਾਂ ਦਾ ਹੀ ਹੈ, ਕਿਉਂਕਿ ਪਰਮਾਤਮਾ 'ਚ ਪਰਿਵਰਤਨ ਨਹੀਂ ਆਉਂਦਾ। ਪਰਿਵਰਤਨ ਸਾਡੇ 'ਚ ਆਉਂਦਾ ਹੈ। ਅਸੀਂ ਪੈਦਾ ਹੋਏ ਬੱਚੇ, ਫਿਰ ਜਵਾਨ, ਫਿਰ ਬੁੱਢੇ ਹੋਵਾਂਗੇ, ਫਿਰ ਮਰ ਜਾਵਾਂਗੇ। ਜੀਵਾਂ 'ਚ ਪਰਿਵਰਤਨ ਹੁੰਦਾ, ਪਰਮਾਤਮਾ 'ਚ ਕੋਈ ਪਰਿਵਰਤਨ ਨਹੀਂ ਹੁੰਦਾ। ਉਹ ਜਿਹੋ ਜਿਹਾ ਹੈ ਉਹੋ ਜਿਹਾ ਹੀ ਹੈ। ਸੋ ਇਸ ਲਈ ਪਹਿਲਾਂ ਤਾਂ ਜੋ ਪ੍ਰਚਲਿਤ ਵਿਚਾਰ 'ਚ ਹੈ ਹਿੰਦੁਸਤਾਨ 'ਚ, ਪਹਿਲਾਂ ਤਾਂ ਗੁਰੂ ਮਹਾਰਾਜ ਨੇ ਉਹਦਾ ਵਰਣਨ ਕੀਤਾ ਵੀ ਏਕਾ ਮਾਈ, ਇੱਕ ਮਾਇਆ ਰਾਹੀਂ ਜੁਗਤ ਵਿਆਹੀ, ਜੋ ਤਰੀਕੇ ਨਾਲ, ਕਿਸੇ ਤਰੀਕੇ ਨਾਲ ਪ੍ਰੈਗਨੈਂਟ ਹੋਈ, ਭਾਵ ਗਰਭਵਤੀ ਹੋਈ। ਉਹਦੇ ਤੋਂ ਫਿਰ 3 ਚੇਲੇ, ਭਾਵ ਉਹਦੇ 3 ਪੁੱਤਰ ਪੈਦਾ ਹੋਏ। ਕਹਿੰਦੇ ਵੀ ਇੱਕ ਸੰਸਾਰੀ ਕੰਮ ਕਰ ਰਿਹਾ ਬ੍ਰਹਮਾ ਹੈ, ਦੂਜਾ ਸੰਸਾਰ ਨੂੰ ਪਾਲ ਰਿਹਾ ਵਿਸ਼ਨੂੰ ਮਹਾਰਾਜ ਹੈ, ਤੀਜਾ ਸੰਸਾਰ ਦਾ ਲੈ ਕਰਦਾ, ਨਾਸ ਕਰਦਾ ਹੈ, ਉਹ ਜਿਹੜਾ ਸ਼ਿਵ ਜੀ ਹੈ। ਇਹ ਪ੍ਰਚਲਿਤ ਵਿਚਾਰ ਹੈ, ਔਰ ਹਿੰਦੂਆਂ ਦੇ ਵਿੱਚ ਇਹ ਵਿਚਾਰ 100% ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਨਾ ਸੰਸਾਰ ਨੂੰ ਬਣਾ ਰਹੇ ਨੇ, ਨਾ ਇਹ ਸੰਸਾਰ ਨੂੰ ਚਲਾ ਰਹੇ ਨੇ, ਨਾ ਇਹ ਸੰਸਾਰ ਨੂੰ ਨਾਸ ਕਰ ਰਹੇ ਨੇ। ਜੋ ਕੁਛ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ, ਉਹ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ। ਅਤੇ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਕਿ ਪਰਮਾਤਮਾ ਇਹਨਾਂ ਤਿੰਨਾਂ ਨੂੰ ਵੇਖ ਰਿਹਾ, ਪਰ ਇਹ ਤਿੰਨੋਂ ਪਰਮਾਤਮਾ ਨੂੰ ਨਹੀਂ ਵੇਖ ਸਕਦੇ। ਇਸ ਲਈ ਇਹੋ ਜਿਹੇ ਪਰਮਾਤਮਾ ਨੂੰ ਜਿਹਨੇ ਸੰਸਾਰ ਬਣਾਇਆ, ਜਿਹੜਾ ਸੰਸਾਰ ਦੀ ਆਪ ਪਾਲਣਾ ਪੋਸ਼ਣਾ ਕਰਦਾ, ਜਿਹੜਾ ਸੰਸਾਰ ਨੂੰ ਸਮੇਂ 'ਤੇ ਲੈ ਕਰਦਾ ਹੈ, ਉਸ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ। ਉਹ ਪਰਮਾਤਮਾ ਕੀ ਹੈ? ਸਭ ਦਾ ਆਦ ਹੈ, ਅਨੀਲ, ਉਹਦਾ ਕੋਈ ਰੂਪ ਰੇਖ ਨਹੀਂ ਹੈ। ਅਨਾਦ ਹੈ, ਉਹਦਾ ਆਪਣਾ ਆਦ ਨਹੀਂ ਹੈ। ਅਨਾਹਤ ਹੈ, ਉਹ ਅਵਿਨਾਸ਼ੀ ਹੈ, ਭਾਵ ਉਹਦਾ ਨਾਸ ਨਹੀਂ ਹੁੰਦਾ। ਯੁਗ ਯੁਗ ਏਕੋ ਵੇਸ, ਅਤੇ ਹਰ ਯੁੱਗ ਦੇ ਵਿੱਚ ਉਹ ਇੱਕੋ ਜਿਹਾ ਹੈ, ਉਸ ਦੇ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ। ਅਗਲੀ ਪੌੜੀ ਕਹਿੰਦੇ ਆਸਣ ਲੋਏ ਲੋਏ ਭੰਡਾਰ। ਲੋਏ ਧਰਤੀ ਨੂੰ ਕਹਿੰਦੇ ਨੇ, ਲੋਏ ਇੱਕ ਵਚਨ ਹੈ। ਲੋ, ਲੱਲੇ ਨੂੰ ਹੋੜਾ ਆੜਾ ਲੋ, ਉਹ ਲੋਏ ਦਾ ਬਹੁਵਚਨ ਹੈ। ਲੋਏ ਮੈਨੇ ਇੱਕ ਧਰਤੀ, ਲੋ ਬਹੁਤੀਆਂ ਧਰਤੀਆਂ। ਜਿੰਨੀਆਂ ਵੀ ਪਰਮਾਤਮਾ ਨੇ ਧਰਤੀਆਂ ਬਣਾਈਆਂ ਨੇ, ਆਸਣ ਲੋਏ
ਹਰ ਇੱਕ ਧਰਤੀ 'ਤੇ ਪਰਮਾਤਮਾ ਦਾ ਆਸਣ ਹੈ। ਇਹ ਨਹੀਂ ਵੀ ਕਿਸੇ ਥਾਂ 'ਤੇ ਪਰਮਾਤਮਾ ਦਾ ਆਸਣ ਹੈ, ਕਿਸੇ ਥਾਂ 'ਤੇ ਨਹੀਂ ਹੈ। ਹਰ ਇੱਕ ਧਰਤੀ 'ਤੇ ਉਹਦਾ ਆਸਣ ਹੈ। ਲੋਏ ਭੰਡਾਰ ਹਰ ਇੱਕ ਧਰਤੀ ਦੇ ਉਹਦੇ ਭੰਡਾਰ ਨੇ, ਉਹਦੇ ਭੰਡਾਰੇ ਨੇ, ਕਿਉਂਕਿ ਉਹਨੇ ਖਾਣ ਨੂੰ ਦੇਣਾ ਹੈ। ਇਸ ਲਈ ਉਹਦੇ ਆ ਫਸਲਾਂ ਜਿਹੜੀਆਂ ਉਹਦੇ ਭੰਡਾਰੇ ਹੀ ਨੇ। ਇਹ ਫਸਲਾਂ ਜਿਹੜੀਆਂ ਨੇ, ਫਲਦਾਰ ਦਰਖਤ, ਜੜੀਆਂ ਬੂਟੀਆਂ, ਜੋ ਕੁਛ ਵੀ ਖਾਣ ਨੂੰ ਹੈ, ਇਹ ਉਹਦਾ ਭੰਡਾਰਾ ਹੈ। ਇਸ ਲਈ ਧਰਤੀ, ਹਰ ਧਰਤੀ ਦੇ ਉਹਦਾ ਆਸਣ ਹੈ, ਹਰ ਧਰਤੀ ਦੇ ਉਹਦੇ ਭੰਡਾਰੇ ਨੇ। ਜੋ ਕੁਛ ਪਾਇਆ ਸੋ ਏਕਾ ਵਾਰ, ਉਸਨੇ ਆਪਣੇ ਭੰਡਾਰਿਆਂ ਵਿੱਚ ਜੋ ਪਾਉਣਾ ਸੀ ਇੱਕੋ ਵਾਰ ਹੀ ਪਾਤਾ ਬਸ। ਉਹਨੂੰ ਵਾਰੀ ਵਾਰੀ ਇਹ ਨਹੀਂ ਕਿ ਉਹਦੇ ਭੰਡਾਰੇ ਖਾਲੀ ਹੋ ਗਏ ਜੀ ਫਿਰ ਭਰੋ, ਨਹੀਂ। ਉਹਨੇ ਜੋ ਪਾਉਣਾ ਸੀ ਭੰਡਾਰਿਆਂ 'ਚ ਇੱਕੋ ਵਾਰੀ ਪਾ ਦਿੱਤਾ ਹੈ। ਉਹਦੇ ਭੰਡਾਰੇ ਖਾਲੀ ਹੋਈ ਨਹੀਂ ਹੁੰਦੇ। ਉਹਦੇ ਭੰਡਾਰੇ ਖਾਲੀ ਹੋਣ ਅਤੇ ਫਿਰ ਹੋਰ ਪਾਉਣ ਦੀ ਲੋੜ ਪਵੇ, ਨਹੀਂ। ਉਹਨੇ ਭੰਡਾਰਿਆਂ 'ਚ ਜੋ ਪਾਉਣਾ ਸੀ ਨਾ ਇੱਕੋ ਵਾਰੀ ਪਾਤਾ। ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਝ ਵੀ ਉਸਨੇ ਭੰਡਾਰੇ 'ਚ ਪਾਇਆ ਇੱਕੋ ਵਾਰੀ ਪਾ ਦਿੱਤਾ। ਕਰ ਕਰ ਵੇਖੈ ਸਿਰਜਣਹਾਰ, ਸਿਰਜਣਹਾਰ ਦਾ ਬਣਾਉਣ ਵਾਲਾ, ਸਿਰਜਣਾ ਕਰਨ ਵਾਲਾ, ਬਣਾਉਣ ਵਾਲਾ। ਕਰ ਕਰ ਉਹ ਬਣਾ ਕੇ ਵੇਖੇ, ਉਹ ਜੀਵਾਂ ਨੂੰ ਬਣਾਉਂਦਾ, ਫਿਰ ਉਹਨਾਂ ਦੀ ਦੇਖਭਾਲ ਕਰਦਾ। ਕਿਉਂਕਿ ਜੋ ਅਸੀਂ ਬਣਾਉਂਦੇ ਹਾਂ ਉਹਦੀ ਦੇਖਭਾਲ ਜ਼ਰੂਰੀ ਹੁੰਦੀ ਹੈ। ਉਸ ਦੀ ਦੇਖਭਾਲ ਹੋਣਾ ਜ਼ਰੂਰੀ ਹੈ। ਜੋ ਅਸੀਂ ਬਣਾਇਆ, ਅਸੀਂ ਆਪਾਂ ਬੱਚੇ ਪੈਦਾ ਕੀਤੇ ਨੇ, ਉਹਨਾਂ ਦੀ ਦੇਖਭਾਲ ਕਰਨਾ ਜ਼ਰੂਰੀ ਹੈ। ਘਰ ਬਣਾਇਆ, ਇਹਦੀ ਦੇਖਭਾਲ ਕਰਨਾ ਜ਼ਰੂਰੀ ਹੈ, ਨਹੀਂ ਤਾਂ ਢਹਿ ਢੇਰੀ ਹੋ ਜਾਏਗਾ। ਸਮੇਂ ਸਮੇਂ 'ਤੇ ਇਹਦੀ ਬਰਬਤ ਕਰਨਾ, ਰੰਗ ਰੋਗ ਕਰਾਉਣਾ। ਸੋ ਜੋ ਵੀ ਪਰਮਾਤਮਾ ਨੇ ਬਣਾਇਆ ਹੈ, ਕਰ ਕਰ ਬਣਾ ਕੇ ਵੇਖੇ, ਜੋ ਵੀ ਉਸਨੇ ਬਣਾਇਆ ਹੈ, ਕਿਉਂਕਿ ਉਹ ਸਿਰਜਣਹਾਰ ਹੈ, ਉਹ ਬਣਾਉਣ ਵਾਲਾ ਹੈ। ਇਸ ਲਈ ਜੋ ਉਸਨੇ ਬਣਾਇਆ ਵੇਖੇ, ਉਸ ਨੂੰ ਵੇਖਦਾ ਹੈ, ਉਹਦੀ ਦੇਖਭਾਲ ਕਰਦਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਪਰਮਾਤਮਾ ਸੱਚਾ, ਇਹਦੀ ਜਿਹੜਾ ਕੰਮ ਹੈ ਉਹਦਾ ਫਿਰ ਉਹ ਵੀ ਸੱਚਾ ਹੋਏਗਾ। ਉਹਦੀ ਕਾਰ, ਉਹਦੀ ਕਰਨੀ ਜਿਹੜੀ ਹੈ ਉਹ ਵੀ ਸੱਚੀ। ਉਹ ਆਪ ਸਦਾ ਰਹਿਣ ਵਾਲਾ ਹੈ। ਜੋ ਉਸਨੇ ਬਣਾਇਆ ਉਹ ਵੀ ਫਿਰ ਸਦਾ ਰਹਿਣ ਵਾਲਾ ਹੈ। ਉਹ ਆਪ ਸੱਚਾ ਹੈ, ਉਹਦੇ ਕਾਰ ਕਰਮ ਹੈ ਉਹ ਵੀ ਸੱਚਾ ਹੈ। ਆਦੇਸ਼ ਤੇ ਸਹਿ ਆਦੇਸ਼, ਕਹਿੰਦੇ ਇਹੋ ਜਿਹੇ ਪਰਮਾਤਮਾ ਨੂੰ ਸਾਡੀ ਆਦੇਸ਼ ਹੈ, ਨਮਸਕਾਰ ਹੈ, ਉਸ ਨੂੰ ਨਮਸਕਾਰ ਹੈ। ਕਿਸ ਨੂੰ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹ ਪਰਮਾਤਮਾ ਜੋ ਸਭ ਦਾ ਆਦ ਹੈ, ਜੋ ਸਭ ਦਾ ਆਰੰਭ ਹੈ, ਅਨੀਲ ਹੈ, ਜਿਹਦਾ ਕੋਈ ਰੂਪ ਰੇਖ ਨਹੀਂ ਹੈ, ਅਨਾਦ ਹੈ, ਜਿਹਦਾ ਆਪਣਾ ਆਦ ਨਹੀਂ ਹੈ, ਆਪਣਾ ਆਰੰਭ ਨਹੀਂ ਹੈ। ਕੋਈ ਦੱਸ ਨਹੀਂ ਸਕਦਾ ਪਰਮਾਤਮਾ ਕਦੋਂ ਬਣਿਆ। ਉਹ ਅਨਾਦ ਹੈ। ਅਨਾਹਤ ਹੈ, ਉਹ ਨਾਸ਼ ਨਹੀਂ ਹੁੰਦਾ, ਉਹ ਅਵਿਨਾਸ਼ੀ ਹੈ। ਯੁਗ ਯੁਗ ਇੱਕੋ ਵੇਸ, ਹਰ ਇੱਕ ਯੁੱਗ ਦੇ ਵਿੱਚ ਉਹ ਇੱਕੋ ਜਿਹਾ ਹੈ, ਉਸ 'ਚ ਪਰਿਵਰਤਨ ਨਹੀਂ ਹੈ। ਉਹਦੇ ਖੂਬੀਆਂ ਦੱਸ ਰਹੇ ਗੁਰੂ ਮਹਾਰਾਜ ਕਿ ਹਰ ਇੱਕ ਧਰਤੀ 'ਤੇ ਉਹਦਾ ਆਸਣ ਹੈ। ਫਿਰ ਹਰ ਧਰਤੀ 'ਤੇ ਜਿਹੜੀ ਵੀ ਉਹਨੇ ਬਣਾਈ ਹੈ ਉਹਦੇ ਭੰਡਾਰੇ ਨੇ। ਫਿਰ ਜੋ ਕੁਛ ਉਹਨੇ ਭੰਡਾਰੇ 'ਚ ਪਾਉਣਾ ਸੀ ਉਹ ਇੱਕੋ ਵਾਰ ਪਾ ਦਿੱਤਾ ਹੈ। ਫਿਰ ਉਹ ਸਿਰਜਣਹਾਰ ਹੈ, ਉਹ ਬਣਾਉਣ ਵਾਲਾ ਹੈ। ਉਹ ਬਣਾ ਕੇ ਫਿਰ ਜੋ ਬਣਾਇਆ ਉਹਨੇ ਕੀਤਾ ਉਸ ਨੂੰ ਵੇਖ ਰਿਹਾ ਹੈ, ਉਹਦੀ ਦੇਖਭਾਲ ਕਰਦਾ ਹੈ। ਉਹ ਆਪ ਸੱਚਾ ਹੈ, ਇਸ ਲਈ ਉਹਦੀ ਕਾਰ, ਉਹਦਾ ਕੰਮ, ਉਹਦੀ ਕਿਰਤ ਉਹ ਵੀ ਸੱਚੀ ਹੈ। ਫਿਰ ਗੁਰੂ ਮਹਾਰਾਜ ਕਿਹਾ ਵੀ ਜੇ ਇੰਨੀਆਂ ਖੂਬੀਆਂ ਜਿਸ ਪਰਮਾਤਮਾ 'ਚ, ਉਹਨੂੰ ਸਾਡੇ ਨਮਸਕਾਰ ਹੈ, ਨਮਸਕਾਰ ਹੈ, ਕਿਉਂਕਿ ਉਹ ਸਭ ਦਾ ਆਦ ਹੈ। ਉਹ ਅਨੀਲ ਹੈ। ਅਨੀਲ ਦਾ ਦੂਜਾ ਅਰਥ ਹੈ ਦੋਸ਼ ਰਹਿਤ, ਵੀ ਉਹਦੇ ਕੋਈ ਦੋਸ਼ ਨਹੀਂ ਹੈ।
ਇੱਕ ਅਰਥ ਹੈ ਉਹਦਾ ਕੋਈ ਰੂਪ ਰੇਖ ਨਹੀਂ ਹੈ। ਅਨਾਦ ਹੈ ਉਹਦਾ ਆਪਣਾ ਆਦ ਨਹੀਂ, ਉਹਦਾ ਆਪਣਾ ਕੋਈ ਆਰੰਭ ਨਹੀਂ। ਅਨਾਹਤ ਹੈ, ਉਹ ਵਿਨਾਸ਼ੀ ਹੈ, ਉਹ ਨਾਸ ਹੋਣ ਵਾਲਾ ਨਹੀਂ ਹੈ, ਸਦਾ ਰਹਿਣ ਵਾਲਾ ਹੈ ਅਤੇ ਹਰ ਇੱਕ ਯੁੱਗ ਦੇ ਵਿੱਚ ਉਹ ਇੱਕੋ ਜਿਹਾ ਹੀ ਹੈ, ਉਸ 'ਚ ਕੋਈ ਪਰਿਵਰਤਨ ਨਹੀਂ ਹੁੰਦਾ। ਅਗਲੀ ਪੌੜੀ 'ਚ ਕਹਿੰਦੇ ਇੱਕ ਦੂੰ, ਇਹ ਤੂੰ ਪੜ੍ਹਨਾ ਦੂੰ। ਦੂੰ ਦਾ ਮਤਲਬ ਹਿੰਦੀ ਦਾ ਸ਼ਬਦ ਹੈ, ਦੂੰ ਦਾ ਮਤਲਬ ਤੂੰ, ਇੱਕ ਤੂੰ। ਜੀ ਬਹੁ, ਜੀ ਬਾਂ, ਜੀ ਬਹੁ ਦਾ ਮਤਲਬ ਜੀ ਬਾਂ। ਇੱਕ ਦੂੰ ਜੀ ਬਹੁ, ਇਹਨੂੰ ਜੀ ਬਹੁ ਨਹੀਂ ਪੜ੍ਹਨਾ। ਜੇ ਦੂੰ ਸ਼ਬਦ ਨਾ ਹੁੰਦਾ ਫਿਰ ਆਪਾਂ ਕਹਿੰਦੇ ਇੱਕ ਜੀਵ ਬਹੁ, ਫਿਰ ਕਹਿ ਸਕਦੇ ਵੀ ਇੱਕ ਜੀਵ ਤੂੰ। ਦੂੰ ਆਏ ਗਿਆ ਤੂੰ, ਦੂੰ ਦਾ ਮਤਲਬ ਤੂੰ, ਇੱਕ ਤੂੰ। ਜੀ ਬਹੁ, ਜੀਵ ਲੱਖ ਹੋਏ, ਇੱਕ ਜੀਵ ਤੋਂ ਲੱਖਾਂ ਜੀਵਾਂ ਹੋ ਜਾਣ। ਇੱਕ ਦੂੰ ਜੀ ਬਹੁ ਲੱਖ ਹੋਏ। ਹੁਣ ਲੱਖ ਬਹੁਵਚਨ ਹੈ, ਇਸ ਲਈ ਹੋਹੇ। ਅੱਗੇ ਜਿਹੜੀ ਕਿਰਿਆ ਹੈ ਉਹ ਨਕਰ ਹੀ ਬੋਲਣੀ। ਹੋ ਹੈ ਇੱਕ ਵਚਨ ਹੁੰਦਾ, ਹੋ ਹੈ ਬਹੁਵਚਨ ਹੁੰਦਾ। ਇੱਕ ਦੂੰ ਜੀ ਬਹੁ ਲੱਖ ਹੋਹੇ, ਲੱਖ ਹੋਵੇਂ ਲੱਖ 20। ਜੇ ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ, ਲੱਖ ਜੀਵਾਂ ਹੋ ਜਾਣ, ਲੱਖ ਹੋਵੇਂ ਲੱਖ 20 ਅਤੇ ਲੱਖ ਜੀਵ ਤੋਂ 20 ਲੱਖ ਜੀਵਾਂ ਹੋ ਜਾਣ। ਇੱਕ ਜੀਵ ਤੋਂ ਜੇ ਲੱਖ ਜੀਵਾਂ ਹੋ ਜਾਣ ਅਤੇ 1 ਲੱਖ ਤੋਂ 20 ਲੱਖ ਜੀਵਾਂ ਹੋ ਜਾਣ, ਲੱਖ ਲੱਖ ਗੇੜਾ ਆਖੀਐ। ਗੇੜਾ ਜਿਹੜਾ ਇੱਕ ਵਚਨ ਹੈ, ਜੇ ਗੇੜੇ ਹੁੰਦਾ ਫਿਰ ਪੜ੍ਹਦੇ ਆਖੀਐ। ਇਹ ਗੇੜਾ, ਗੇੜਾ ਇੱਕ ਵਚਨ ਹੈ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਹੁਣ ਇੱਥੇ ਨਾ ਹੋਵੇਂ ਲੱਖ 20, 20 ਸੱਸੇ ਨਾਲ ਹੈ, ਇਸ ਲਈ ਆਪਣਾ ਫਰਜ਼ ਫਿਰ ਜਿਹੜਾ ਜੋੜਨ ਲਈ ਜਗਦੀਸ਼। ਜਗਦੀਸ਼ ਦਾ ਸ਼ਬਦ ਇਸ ਜਗਤ ਈਸ, ਜਗਦੀਸ਼ ਵੀ ਕਹਿੰਦੇ ਨੇ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਜਗਦੀਸ਼ ਇੱਕੋ ਹੀ ਮੀਨਿੰਗ ਹੈ ਦੋਨਾਂ ਦਾ। ਕਈ ਵਾਰੀ ਜੇ ਉੱਥੇ 20 ਹੈ ਫਿਰ ਤੇ ਜਗਦੀਸ਼ ਪੜਾਂਗੇ ਨਾ ਫਿਰ ਜ਼ਿਆਦਾ ਅੱਛਾ ਰਹੇਗਾ। ਮੀਨਿੰਗ ਉਹੀ ਹੈ, ਭਾਵ ਪਰਮਾਤਮਾ। ਜਗਦੀਸ਼ ਦਾ ਜਗਤ ਈਸ਼, ਸਾਰੇ ਸੰਸਾਰ ਦਾ ਜਿਹੜਾ ਮਾਲਕ ਹੈ। ਈਸ਼ ਤੋਂ ਹੀ ਬਣੇ ਈਸ਼ਵਰ। ਈਸ਼ ਤੋਂ ਕਿਹੜਾ ਸ਼ਬਦ ਬਣੇ? ਈਸ਼ਵਰ। ਭਾਵ ਜਗਦੀਸ਼ ਦਾ ਮਤਲਬ ਪਰਮਾਤਮਾ। ਲੱਖ ਲੱਖ ਗੇੜਾ ਆਖੀਐ, ਜਿਵੇਂ ਹੁੰਦਾ ਚੁਣ ਚੁਣ ਸਤਰ ਹਮਾਰੇ ਮਾਰੀਐ। ਦਸਮ ਪਾਤਸ਼ਾਹ ਕਹਿੰਦੇ ਜੇ ਪੜਾਂਗੇ ਚੁਣ ਚੁਣ ਸਤਰ ਹਮਾਰੇ ਮਾਰੀਐ, ਜੇ ਪੜਾਂਗੇ ਤਾਂ ਚੁਣ ਚੁਣ ਕੇ ਸਾਡੇ ਸ਼ਤਰੂ ਮਾਰੇ ਜਾਂਦੇ ਹਨ। ਨਹੀਂ, ਉਹ ਤੇ ਬੇਨਤੀ ਕਰਨ, ਬੇਨਤੀ 'ਚ ਪਈ ਹੈ ਵੀ ਇਹ ਸੱਚੇ ਪਾਤਸ਼ਾਹ ਪਰਮਾਤਮਾ ਸਾਡੇ ਜਿਹੜੇ ਦੁਸ਼ਮਣ ਉਹਨਾਂ ਨੂੰ ਚੁਣ ਚੁਣ ਕੇ ਮਾਰ ਦਿਓ। ਚੁਣ ਚੁਣ ਸਤਰ ਹਮਾਰੇ ਮਾਰੀਏ, ਮਾਰੀਐ ਮਾਰ ਦਿਓ, ਉਹੀ ਇੱਥੇ ਭਾਵ ਹੈ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਪਰਮਾਤਮਾ ਦੇ ਨਾਮ ਨੂੰ ਲੱਖ ਲੱਖ ਵਾਰ ਆਖੋ। ਭਾਵ ਇੱਕ ਜੀਵ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਲੱਖ ਲੱਖ ਵਾਰੀ ਆਖੋ, ਭਾਵ ਲੱਖ ਲੱਖ ਵਾਰੀ ਜਪੋ। ਹੁਣ ਜਿਨ੍ਹਾਂ ਨੂੰ ਨਾਮ ਦੀ ਮਹਿਮਾ ਹੁਣ ਪਤਾ ਨਾ, ਉਹਨਾਂ ਨੇ ਲਿਖਿਆ। ਸਾਡੇ ਦੇ ਇੱਕ ਹੀ ਫਾਲਤੂ ਹੈ, ਇੱਕ ਨਾਲ ਵੀ ਨਹੀਂ ਸਾਡੇ ਤੋਂ ਜਪ ਹੁੰਦਾ। 15-20 ਮਿੰਟ ਜਪਦੀ ਹੋਏਗੀ, ਬਸ ਫਿਰ ਸਤਿ ਸ੍ਰੀ ਅਕਾਲ। ਹੁਣ ਗੁਰੂ ਨਾਨਕ ਦੇਵ ਜੀ ਨੂੰ ਨਾਮ ਦੀ ਮਹਿਮਾ ਦਾ ਪਤਾ ਹੈ। ਕਹਿੰਦੇ ਜੇ ਇੱਕ ਜੀਵ ਤੋਂ ਲੱਖ ਜੀਵ ਹੋ ਜਾਣ, ਲੱਖ ਜੀਵ ਤੋਂ 20 ਲੱਖ ਜੀਵਾਂ ਹੋ ਜਾਣ, ਹਰ ਇੱਕ ਜੀਵ ਦੇ ਨਾਲ ਲੱਖ ਲੱਖ ਵਾਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਇੱਥੋਂ ਤੱਕ ਕਿਹਾ। ਇਸ ਲਈ
ਜਿੰਨਾ ਵੀ ਹੋ ਸਕੇ ਪਰਮਾਤਮਾ ਦਾ ਨਾਮ ਜਪਣ ਦੀ ਕੋਸ਼ਿਸ਼ ਕਰੋ, ਜਿੰਨਾ ਵੀ ਹੋ ਸਕੇ। ਵਿਅਰਥ ਦੀਆਂ ਗੱਲਾਂ ਬਾਤਾਂ ਕਰਕੇ, ਆ ਵਿਅਰਥ ਦੀਆਂ ਜਿਹੜੀ TV 'ਤੇ ਵੇਖ ਵੂਖ ਕੇ, ਔਰ ਜਦੋਂ ਤੁਸੀਂ ਕਰੋਨਾ ਦੀਆਂ ਗੱਲਾਂ ਕਰੀ ਜਾਓਗੇ, ਉਹ ਫੈਲ ਜਾਏਗਾ। ਜਿਸ ਦੀ ਬਹੁਤੀ ਚਰਚਾ ਹੋਵੇ ਨਾ, ਉਹ ਜ਼ਿਆਦਾ ਸਗੋਂ ਫੈਲਦਾ। ਔਰ ਰਿਸ਼ਵਤ ਦੀ ਕਿੰਨੀ ਚਰਚਾ, ਰਿਸ਼ਵਤ ਹੋਰ ਫੈਲ ਰਹੀ ਹੈ। ਨਸ਼ਿਆਂ ਦੀ ਚਰਚਾ ਹੈ, ਨਸ਼ੇ ਫੈਲ ਰਹੇ ਨੇ। ਔਰ ਕਰੋਨਾ ਦੀ ਚਰਚਾ ਹੈ, ਇਹ ਫੈਲ ਰਿਹਾ ਹੈ। ਜੇ ਕਿਤੇ TV ਵਾਲੇ, ਅਖਬਾਰਾਂ ਵਾਲੇ, ਸੋਸ਼ਲ ਮੀਡੀਆ ਵਾਲੇ ਇਹ ਖਬਰ ਹੀ ਨਾ ਦੇਣ, ਉਂਝ ਕਹਿਣ ਪਟਿਆਲੇ 'ਚ ਇੰਨੇ ਮਰ ਗਏ, ਉਹ ਫਰਕ ਪੈ ਜਾਏਗਾ, ਘਬਰਾਹਟ ਖਤਮ ਹੋ ਜਾਏਗੀ। ਜਿਹੜੀ ਘਬਰਾਹਟ ਫੈਲ ਗਈ ਲੋਕਾਂ 'ਚ, ਉਹ ਖਤਮ ਹੋ ਜਾਏਗੀ। ਇਸ ਲਈ ਗੁਰੂ ਮਹਾਰਾਜ, ਉਹਨਾਂ ਨੂੰ ਨਾਮ ਦੀ ਮਹਿਮਾ ਦਾ ਪਤਾ ਸੀ। ਦੇਖੋ ਕਹਿੰਦੇ ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ, ਲੱਖ ਤੋਂ 20 ਲੱਖ ਜੀਵਾਂ ਹੋ ਜਾਣ, ਫਿਰ ਹਰ ਇੱਕ ਜੀਵ ਦੇ ਨਾਲ ਲੱਖ ਲੱਖ ਵਾਰ ਗੇੜਾ ਬਣੇ ਵਾਰ, ਹਰ ਇੱਕ ਜੀਵ ਦੇ ਨਾਲ ਲੱਖ ਲੱਖ ਵਾਰ ਪਰਮਾਤਮਾ ਦਾ ਨਾਮ ਜਪੋ, ਭਾਵ ਇਹਨਾਂ ਨਾਮ ਜਪੋ। ਕਈ ਕਹਿੰਦੇ ਫਿਰ ਸਾਡੇ ਕੰਮ ਕੌਣ ਕਰੇਗਾ? ਜੇ ਤੁਸੀਂ ਨਾਮ ਜਪ ਰਹੇ ਹੋ, ਕਰੂਗਾ। ਜੇ ਉਹ ਕਹਿੰਦੇ ਨਾਮ ਜਪੋ ਤੇ ਤੁਸੀਂ ਨਾਮ ਜਪਣਾ ਸ਼ੁਰੂ ਕਰ ਦੇ, ਇਸ ਚੱਕਰ ਨਹੀਂ ਪੈਣਾ ਜੇ ਅਸੀਂ ਨਾਮ ਜਪ ਲਏ ਸਾਡਾ ਕੰਮ ਕੌਣ ਕਰੇਗਾ? ਜਿਹਦਾ ਨਾਮ ਜਪ ਰਹੇ ਉਹ ਕਰੇਗਾ, ਉਹ ਕਰੇਗਾ। ਭਗਤ ਤਰਲੋਚਨ ਆ ਕੇ ਧੰਨੇ ਕੋਲ, ਹੁਣ ਦੇਖੇ ਵੀ ਧੰਨਾ ਕੁਛ ਕਹਿ ਰਿਹਾ ਕਿਸੇ ਨੂੰ, ਕਹਿੰਦੇ ਕਿਸ ਨੂੰ ਕਹਿ ਰਹੇ ਹੋ? ਕਹਿੰਦੇ ਮੈਂ ਭਗਵਾਨ ਨੂੰ ਕਹਿ ਰਿਹਾ। ਉਹ ਦੇਖੇ ਤਾਂ ਭਗਵਾਨ ਉਹ ਮੇਰਾ ਹਲਟ ਚਲਾ ਰਿਹਾ, ਖੂਹ ਹੈ, ਉਹ ਦੇਖ ਹਲਟ ਚਲਾ ਰਿਹਾ, ਇਹ ਉਹ ਭਗਵਾਨ ਕਹੀ ਲੈ ਕੇ ਆ ਪਾਣੀ ਲਾ ਰਿਹਾ। ਧੰਨਾ ਪਰਮਾਤਮਾ ਦੀ ਭਜਨ ਬੰਦੀ ਕਰਦਾ ਸੀ, ਪਰਮਾਤਮਾ ਉਹਦਾ ਕੰਮ ਕਰਦਾ ਸੀ। ਅਸੀਂ ਉਹਦੀ ਭਜਨ ਬੰਦਗੀ ਕਰਦੇ ਨਹੀਂ, ਉਹ ਸਾਡੇ ਕੰਮ ਕਰਦਾ ਨਹੀਂ। ਕਦੇ ਖਾਈ ਜੋ ਦਫ਼ਤਰਾਂ ਦੇ ਧੱਕੇ, ਖਾਈ ਜੋ ਫਿਰੀ ਜੋ। ਇਸ ਲਈ ਭਜਨ ਬੰਦਗੀ ਕਰੋ ਬਜਾਏ ਧੱਕੇ ਖਾਣ ਨਾਲੋਂ। ਭਜਨ ਬੰਦਗੀ ਕਰੋ, ਵੱਧ ਤੋਂ ਵੱਧ ਕਰੋ, ਜਿੰਨਾ ਵੀ ਸਮਾਂ ਮਿਲੇ ਓਨੀ ਕਰੋ। ਹਾਂ, ਸਿੱਖ ਧਰਮ 'ਚ ਕੰਮ ਛੱਡ ਕੇ ਭਜਨ ਬੰਦਗੀ ਕਰਨ ਦਾ ਹੁਕਮ ਨਹੀਂ ਹੈ। ਕੰਮ ਛੱਡ ਕੇ ਨਹੀਂ ਕਰਨਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੋ, ਮਨ ਨਾਲ ਪਰਮਾਤਮਾ ਨੂੰ ਯਾਦ ਕਰੋ। 8 ਘੰਟੇ ਤੁਸੀਂ ਜਾਂ 10 ਘੰਟੇ ਡਿਊਟੀ ਦਿੰਦੇ ਹੋ, ਠੀਕ ਹੈ। ਜੇ ਦਿਮਾਗੀ ਕੰਮ ਹੈ ਭਾਈ ਉਹ ਕਰੋ। ਅਗਰ ਵਿੱਚ 2 ਮਿੰਟ ਦੀ ਵੇਲ ਮਿਲ ਗਈ, ਉਹਨੇ ਚਿਰ ਵਾਹਿਗੁਰੂ ਕਰ ਲਓ। ਬਾਕੀ ਜਿੰਨਾ ਸਮਾਂ ਮਿਲੇ ਆਉਂਦੇ ਜਾਂਦੇ, ਸੈਰ ਕਰਦੇ, ਸਫ਼ਰ ਕਰਦੇ। ਤੁਸੀਂ ਦਫ਼ਤਰ ਨੂੰ ਜਾ ਰਹੇ ਹੋ, ਆ ਰਹੇ ਹੋ, ਬੱਸ 'ਚ ਬੈਠੇ ਹੋ, ਕਾਰ 'ਚ ਬਹਿ ਕੇ ਜਾ ਰਹੇ ਹੋ, ਮੋਟਰਸਾਈਕਲ ਜਾ ਰਹੇ ਹੋ, ਆਪਣਾ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ। ਜਿੰਨਾ ਵੀ ਸਮਾਂ ਮਿਲੇ ਉਹਦਾ ਸਦ ਉਪਯੋਗ ਕਰੋ। ਸਦ ਉਪਯੋਗ ਹੁੰਦਾ ਸਹੀ ਉਪਯੋਗ ਕਰਨਾ। ਜਾਂ ਸਾਨੂੰ ਜੇ ਸਮੇਂ ਦਾ ਸਹੀ ਉਪਯੋਗ ਕਰਨਾ ਆ ਜਾਏ ਨਾ, ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਜੇ ਕਿਤੇ ਸਾਨੂੰ ਪੈਸੇ ਦਾ ਸਹੀ ਉਪਯੋਗ ਕਰਨਾ ਆ ਜਾਏ, ਅਸੀਂ ਗਰੀਬ ਹੋ ਹੀ ਨਹੀਂ ਸਕਦੇ। ਸਾਡੇ ਕੋਲ ਸਮਾਂ ਹੈ, ਸਾਡੇ ਕੋਲ ਪੈਸਾ ਹੈ, ਸਾਡੇ ਕੋਲ ਸਿਹਤ ਹੈ। ਇਹ ਤਿੰਨਾਂ ਦਾ ਉਪਯੋਗ ਹੀ ਨਹੀਂ ਕਰਨਾ ਸਾਨੂੰ ਆਉਂਦਾ। ਇਹਨਾਂ ਦੀ ਗਲਤ ਵਰਤੋਂ ਹੋ ਰਹੀ ਤਿੰਨਾਂ ਚੀਜ਼ਾਂ ਦੀ, ਇਸ ਲਈ ਹਫੜਾ ਦਫੜੀ ਮੱਚੀ ਸੁਣੀ। ਕਿਤੇ ਸਹੀ ਉਪਯੋਗ ਕਰਨਾ ਆ ਜਾਏ ਕਿ ਤੁਹਾਨੂੰ ਸਮਾਂ ਮਿਲਿਆ, ਇਹਦਾ ਕਿਵੇਂ ਉਪਯੋਗ ਕਰਨਾ। ਤੁਹਾਡੇ ਕੋਲ ਪੈਸਾ ਹੈ, ਇਹਦਾ ਕਿਵੇਂ ਉਪਯੋਗ ਕਰਨਾ। ਤੁਹਾਨੂੰ ਪਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ, ਇਹਦਾ ਕਿਵੇਂ ਉਪਯੋਗ ਕਰਨਾ। ਜਿੰਨੀਆਂ ਚੋਰੀਆਂ, ਜਿੰਨੇ ਡਾਕੇ, ਜਿੰਨੀਆਂ ਲੁੱਟਾਂ ਖੋਹਾਂ, ਜਿੰਨੇ ਕਤਲ, ਜਿੰਨੀਆਂ ਲੜਾਈਆਂ, ਉਹੀ ਲੋਕ ਕਰਦੇ ਜਿਹੜੇ ਤੰਦਰੁਸਤ ਨੇ। ਬੰਦਾ ਬਿਮਾਰ ਪਿਆ ਮੰਜੇ, ਕਿਆ ਕਰੇਗਾ? ਉਹ ਕੋਈ ਚੋਰੀ ਕਰੇਗਾ, ਕਿ ਡਾਕੇ ਮਾਰੇਗਾ, ਕਿ ਲੜਾਈ ਝਗੜਾ ਕਰੇਗਾ, ਕਿ ਕੁੱਟਮਾਰ ਕਰੇਗਾ। ਤੰਦਰੁਸਤੀ ਮਿਲੀ ਹੈ, ਉਹਦੀ ਵਰਤੋਂ ਨਹੀਂ ਕਰਨੀ ਹੁੰਦੀ। ਸਮਾਂ ਮਿਲੇ, ਉਹਦੀ ਵਰਤੋਂ ਨਹੀਂ ਕਰਨੀ। ਧਨ ਮਿਲੇ, ਉਹਦੀ ਵਰਤੋਂ ਨਹੀਂ ਕਰਨੀ ਹੁੰਦੀ। ਇਸ ਲਈ ਕੋਈ ਗੱਲ ਸਾਡੀ ਬਣੀ ਨਹੀਂ ਰਹੀ। ਇਸ ਲਈ ਬਾਣੀ ਸਾਨੂੰ ਕਹਿੰਦੇ ਭਾਈ ਸਮਾਂ ਮਿਲਿਆ, ਜਿੰਨਾ ਵੀ ਸਮਾਂ ਮਿਲਿਆ, ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ। ਅੱਗੇ ਗੁਰੂ ਮਹਾਰਾਜ ਕਹਿੰਦੇ ਏਤ ਰਾਹ ਪਤ ਪਵੜੀਆਂ।
ਪਰਮਾਤਮਾ ਦੇ ਰਾਹ 'ਚ। ਹੁਣ ਨਾਮ ਜਪ ਰਹੇ ਨਾ, ਕਾਹਦੇ ਲਈ? ਪਰਮਾਤਮਾ ਨੂੰ ਮਿਲਣ ਲਈ। ਇੱਕ ਤਾਂ ਹੁੰਦਾ ਜੀ ਸੰਸਾਰਕ ਕੰਮ ਕਰਾਉਣ ਲਈ। ਕਈ ਵਾਰੀ ਬਾਣੀ ਆਪਾਂ ਸੰਸਾਰਕ ਕੰਮਾਂ ਲਈ ਪੜ੍ਹਦੇ ਹਾਂ, ਸੰਸਾਰ ਕੰਮਾਂ ਲਈ ਪੜ੍ਹਦੇ। ਜਦੋਂ ਹੌਲੀ ਹੌਲੀ ਸੋਝੀ ਆ ਜਾਏਗੀ, ਫਿਰ ਅਸੀਂ ਨਾਮ ਸੰਸਾਰਕ ਕੰਮਾਂ ਲਈ ਨਹੀਂ ਜਪਾਂਗੇ, ਨਾਮ ਪਰਮਾਤਮਾ ਦੀ ਪ੍ਰਾਪਤੀ ਲਈ ਜਪਾਂਗੇ। ਨਾਮ ਪਰਮਾਤਮਾ ਦੀ ਪ੍ਰਾਪਤੀ ਲਈ ਜਪਾਂਗੇ। ਇਹ ਰਾਹ ਹੁਣ ਰੱਬ ਨੂੰ ਮਿਲਣਾ, ਇਸ ਰਾਹ ਵਿੱਚ ਹਾਏ ਨੂੰ ਸਿਆਰੀ ਸੀ ਲੈ ਰਾਹ ਵਿੱਚ, ਰਾਹ ਉੱਤੇ ਇਹ ਰਾਹ ਪਤ ਪਵੜੀਆਂ, ਪਤ ਦਾ ਪਤੀ ਪਰਮਾਤਮਾ। ਇਸ ਰਾਹ 'ਤੇ ਪਰਮਾਤਮਾ ਨੂੰ ਮਿਲਣ ਲਈ ਪੌੜੀਆਂ ਨੇ। ਜਿਵੇਂ ਆਪਾਂ ਕੋਠੇ 'ਤੇ ਚੜ੍ਹਨਾ ਹੋਵੇ, ਪੌੜੀਆਂ ਚੜ੍ਹਦੇ ਨੇ। ਪਰਮਾਤਮਾ ਦੇ ਰਸਤਾ ਉਹ ਇਹ ਕਹਿੰਦਾ ਪੌੜੀਆਂ ਨੇ। ਚੜ੍ਹਿਆ ਹੋਏ 21। ਜਦੋਂ ਬੰਦਾ ਇਹਨਾਂ ਪੌੜੀਆਂ 'ਤੇ ਚੜ੍ਹਦਾ ਜਾਂਦਾ ਨਾਮ ਜਪੀ ਜਾਣਗੇ, ਆਤਮਿਕ ਅਵਸਥਾ ਉੱਚੀ ਹੋ ਜਾਏਗੀ। ਅਗਲੀ ਪੌੜੀ ਹੋ ਗਈ, ਹੋਰ ਉੱਚੀ ਹੋ ਗਈ, ਅਗਲੀ ਪੌੜੀ ਹੋ ਗਈ, ਹੋਰ ਆਤਮਿਕ ਅਵਸਥਾ ਉੱਚੀ ਹੋ ਗਈ, ਅਗਲੀ 'ਤੇ ਹੋ ਗਏ, ਹੋਰ ਆਤਮਿਕ। ਇਸ ਤਰ੍ਹਾਂ ਚੜ੍ਹਦਾ ਜਾਂਦਾ ਬੰਦਾ। ਚੜ੍ਹਿਆ ਹੋਏ 21 ਅਤੇ ਚੜ੍ਹਦਾ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ। 21 ਹੁੰਦਾ ਇੱਕ ਮਿਕ। ਤਾਂ ਜਿੱਥੇ ਜਾ ਕੇ ਇੱਕ ਮਿਕ ਹੁੰਦਾ ਨਾ, ਉੱਥੇ ਕਿਹਾ ਜੋਤੀ ਜੋਤ ਰਲੈ ਸੰਪੂਰਨ ਥੀਆਰਾ। ਉੱਥੇ ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ 'ਚ ਰਲ ਜਾਂਦੀ ਹੈ, ਇੱਕ ਮਿਕ ਹੋ ਗਏ। ਇਹ ਪੌੜੀਆਂ ਨੇ ਰਾਹ 'ਚ। ਉਹ ਨਾਮ ਜਪ ਕੇ ਅਤੇ ਸ਼ੁਭ ਕਰਮ ਕਰਕੇ ਹੀ ਉਹਨਾਂ ਪੌੜੀ 'ਤੇ ਚੜ੍ਹਿਆ ਜਾ ਸਕਦਾ ਹੈ। ਸ਼ੁਭ ਕਰਮ ਜ਼ਰੂਰੀ ਨੇ। 5-6 ਗੱਲਾਂ ਦਾ ਖਿਆਲ ਰੱਖਣਾ। ਨੰਬਰ 1, 10 ਨਾਮ ਦੀ ਕਿਰਤ ਕਰਨੀ। ਨੰਬਰ 2, ਕੋਈ ਨਸ਼ਾ ਨਹੀਂ ਕਰਨਾ, ਨਾ ਨਸ਼ਾ ਕਰਨਾ ਨਾ ਵੇਚਣਾ। ਕੋਈ ਹਰਾਮ ਦੀ ਕਮਾਈ ਨਹੀਂ ਕਰਨੀ, ਕੋਈ ਨਸ਼ਾ ਨਹੀਂ ਕਰਨਾ। ਆਪਣੇ ਚਾਲ ਚਲ ਨੂੰ ਉੱਚਾ ਰੱਖਣਾ। ਬਗਾਨੀ ਜਿਨ੍ਹਾਂ ਦੇ ਮਗਰ ਨਹੀਂ ਫਿਰਨਾ, ਆਪਣੇ ਚਾਲ ਚਲ ਨੂੰ ਉੱਚਾ ਰੱਖਣਾ। ਚੌਥਾ, ਕੌੜਾ ਨਹੀਂ ਬੋਲਣਾ। ਕੌੜਾ ਬੋਲਣਾ ਲੜਾਈਆਂ ਝਗੜੇ ਹੁੰਦੇ ਨੇ, ਕੌੜਾ ਨਹੀਂ ਬੋਲਣਾ। 5ਵੇਂ, ਕਿਸੇ ਨੂੰ ਜਾਤ ਧਰਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ, ਵੀ ਇਹ ਮੇਰੀ ਜਾਤ ਦਾ ਨਹੀਂ, ਇਹ ਮੇਰੇ ਧਰਮ ਦਾ ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਅਸੀਂ ਵਿਹਾਰ ਮਨੁੱਖ ਦੇ ਗੁਣਾ ਔਗੁਣਾ ਅਨੁਸਾਰ ਕਰਨਾ, ਨਾ ਕਦੀ ਜਾਤ ਜਾਂ ਧਰਮ ਵੇਖ ਕੇ ਕਰਨਾ। ਹਾਂ, ਚੰਗਾ ਬੰਦਾ ਨਹੀਂ, ਉਹਦੇ ਨਾਲ ਮਤ ਵਰਤੋ, ਨਾ ਬੋਲੋ ਨਾ ਵਰਤੋ। ਚੰਗਾ ਹੈ ਉਹਦੇ ਨਾਲ ਬੋਲੋ, ਉਹਦੇ ਨਾਲ ਵਰਤੋ। ਉਹਦੇ ਗੁਣ ਔਗਣ ਵੇਖ ਕੇ ਵਿਹਾਰ ਕਰਨਾ ਚਾਹੀਦਾ, ਨਾ ਕਿ ਉਸਦੀ ਜਾਤ ਅਤੇ ਧਰਮ ਵੇਖ ਕੇ ਕਰਨਾ ਚਾਹੀਦਾ। ਇਸ ਨੰਬਰ 6, ਜੋ ਕੁਛ ਵੀ ਮਿਲਿਆ ਉਹਦਾ ਹੰਕਾਰ ਨਹੀਂ ਕਰਨਾ। ਰਾਜ ਭਾਗ ਮਿਲਿਆ, ਹੰਕਾਰ ਨਹੀਂ ਕਰਨਾ। ਮਾਇਆ ਮਿਲ ਗਈ ਹੈ, ਹੰਕਾਰ ਨਹੀਂ ਕਰਨਾ। ਚੰਗੀ ਰਹਿਣ ਨੂੰ ਕੋਠੇ ਕੋਲ, ਉਹਦਾ ਹੰਕਾਰ ਨਹੀਂ ਕਰਨਾ। ਇਹ 6 ਗੱਲਾਂ ਦਾ ਧਿਆਨ ਰੱਖਣਾ। ਨੰਬਰ 1, 10 ਨਾਮ ਦੀ ਕਿਰਤ ਕਰਨੀ। ਨੰਬਰ 2, ਕੋਈ ਨਸ਼ਾ ਨਹੀਂ ਕਰਨਾ। ਨੰਬਰ 3, ਕੋਈ ਬਦਫੈਲੀ ਨਹੀਂ ਕਰਨੀ। ਨੰਬਰ 4, ਕੌੜਾ ਨਹੀਂ ਬੋਲਣਾ। ਨੰਬਰ 5, ਕਿਸੇ ਨੂੰ ਜਾਤ ਧਰਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ। ਨੰਬਰ 6, ਹੰਕਾਰ ਨਹੀਂ ਕਰਨਾ। ਇਹ 6 ਕੰਮਾਂ ਦਾ ਖਿਆਲ, ਇਹਨੂੰ ਕਹਿੰਦੇ ਨੇ ਸ਼ੁਭ ਕਰਮ। ਇਹ 6 ਕੰਮਾਂ ਦਾ ਖਿਆਲ ਰੱਖਦੇ ਹੋਏ ਬਾਣੀ ਪੜ੍ਹੋ, ਨਾਮ ਜਪੋ ਅਤੇ ਮੌਜ ਕਰੋ। ਤੁਹਾਡੇ ਪੱਲੇ ਸੱਚ ਹੋਵੇਗਾ। ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ। ਜੇ ਤੁਸੀਂ ਇਹਨਾਂ 6 ਗੱਲਾਂ 'ਤੇ ਪਹਿਰਾ ਦੇਵੋਗੇ, ਤੁਸੀਂ A ਕਲਾਸ ਇਨਸਾਨ ਹੋ ਜਾਓਗੇ। ਤੁਸੀਂ A ਕਲਾਸ ਇਨਸਾਨ ਹੋ ਜਾਓਗੇ। A ਕਲਾਸ ਇਨਸਾਨ ਹੀ A ਕਲਾਸ ਪਰਮਾਤਮਾ ਨੂੰ ਮਿਲ ਸਕਦੇ ਨੇ। ਔਗੁਣ ਆ ਰਹੇ ਅਤੇ ਗੁਣਵਾਨ ਦਾ ਕੋਈ ਮੇਲ ਨਹੀਂ ਹੁੰਦਾ। ਪਰਮਾਤਮਾ ਗੁਣਵਾਨ ਹੈ, ਅਸੀਂ ਔਗੁਣੇ ਆ ਰਹੇ ਹਾਂ, ਇਸ ਲਈ ਮੇਲ ਨਹੀਂ ਉਹਦੇ ਹੁੰਦਾ। ਆਪਣੇ ਔਗਣ ਛੱਡ ਕੇ ਜਦੋਂ ਅਸੀਂ ਪਰਮਾਤਮਾ ਦੀ ਭਜਨ ਬੰਦਗੀ ਕਰਾਂਗੇ, ਸਮਝੋ ਹੁਣ ਉਹਦੀਆਂ ਪੌੜੀਆਂ 'ਤੇ ਅਸੀਂ ਚੜ੍ਹ ਰਹੇ ਹਾਂ, ਅਤੇ ਜਿਹੜਾ ਪੌੜੀਆਂ ਚੜ੍ਹੀ ਜਾ ਰਿਹਾ ਅਖੀਰ ਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਜਾਏਗਾ। ਉਹਦੇ ਨਾਲ ਅਸੀਂ ਇੱਕ ਮਿਕ ਹੋ ਜਾਵਾਂਗੇ। ਚੜ੍ਹਿਆ ਹੋਏ 21, ਚੜ੍ਹ ਕੇ ਅਸੀਂ
ਉਹਦੇ ਨਾਲ ਇੱਕ ਮਿਕ ਹੋ ਜਾਣਾ, ਇੱਕ ਰੂਪ ਹੋ ਜਾਣਾ। ਸੁਣ ਗੱਲਾਂ ਆਕਾਸ਼ ਕੀ, ਧਿਆਨ ਦੇਣਾ, ਕੀ ਇੱਕ ਵਚਨ ਹੁੰਦਾ ਹਿੰਦੀ 'ਚ, ਕੀ ਕੱਕੇ ਨੂੰ ਬਿਹਾਰੀ ਬਿੰਦੀ, ਜਿਵੇਂ ਕੀ ਆਪਾਂ ਪੰਜਾਬੀ ਦੀ, ਕੀ ਦੀਆਂ, ਆਕਾਸ਼ ਦੀਆਂ ਗੱਲਾਂ ਸੁਣ ਕੇ, ਖਿਆਲ ਰੱਖਣਾ, ਸੁਣ ਗੱਲਾਂ ਆਕਾਸ਼ ਕੀ, ਕੱਕੇ ਨੂੰ ਬਿਹਾਰੀ ਬਿੰਦੀ, ਇਸ ਤਰ੍ਹਾਂ ਬੋਲਣਾ। ਆਕਾਸ਼ ਦੀਆਂ ਗੱਲਾਂ ਸੁਣ ਕੇ ਕੀਟਾਂ ਆਈ ਰੀਸ, ਕੀਟ ਕੀੜੇ ਨੂੰ ਕਹਿੰਦੇ ਨੇ, ਕਹਿੰਦੇ ਕੀੜੇ ਵੀ ਲੱਗੇ ਰੀਸ ਕਰਨ, ਆਪਾਂ ਵੀ ਆਕਾਸ਼ ਉੱਡੋ। ਹੁਣ ਕੀੜਾ ਕਿਵੇਂ ਉੱਡੇਗਾ? ਪਸ਼ੂ ਪੰਛੀ ਹੋਵੇ ਤਾਂ ਉੱਡ ਸਕਦਾ ਹੈ, ਕੀੜਾ ਕਿਵੇਂ ਉੱਡੇਗਾ? ਅੰਦਰ ਗੁਣ ਹੈ ਨਹੀਂ, ਰੀਸ ਦੂਜਿਆਂ ਦੀ ਕਰਦਾ। ਰੀਸਾਂ ਕਰਾਂ ਤਿਨਾੜੀਆਂ ਜੋ ਸੇਵੇਂ ਦਰ ਖੜੀਆਂ, ਜਿਹੜੀਆਂ ਪਰਮਾਤਮਾ ਦਰ 'ਤੇ ਖਲੋਤੀਆਂ ਸੇਵਾ ਕਰ ਰਹੇ, ਰੀਸਾਂ ਉਹਨਾਂ ਦੀਆਂ ਕਰਦਾ। ਰੀਸ ਤਾਂ ਹੀ ਕੀਤੀ ਜਾ ਸਕਦੀ ਜਿਹਦੀ ਅਸੀਂ ਰੀਸ ਕਰਨੀ ਹੈ, ਉਹਦੇ ਵਰਗੇ ਸਾਡੇ 'ਚ ਗੁਣ ਹੋਣੇ ਚਾਹੀਦੇ ਹਨ। ਸੋ ਕੀੜਿਆਂ ਨੂੰ ਵੀ ਕਹਿੰਦਾ ਇਹ ਗੱਲਾਂ ਆਕਾਸ਼ ਦੀਆਂ ਸੁਣ ਸਕੇ, ਹੋ ਗਿਆ ਵੀ ਅਸੀਂ ਵੀ ਆਕਾਸ਼ 'ਚ ਉੱਡੀਏ, ਰੀਸ ਕਰਨੀ। ਰੀਸ ਨਾਲ ਨਹੀਂ ਗੱਲ ਬਣਿਆ ਕਰਦੇ। ਇੱਕ ਨੇ ਰੀਸ ਕੀਤੀ ਵੀ ਬਾਬਾ ਜੈਮਲ ਸੰਥਿਆ ਦੇ ਮੈਂ ਵੀ ਲੱਗ ਜਾਣਾ, ਰੀਸ ਕੀਤੀ, 1 ਸਾਲ ਚੱਲੀ, ਮੁੜ ਕੇ ਖਤਮ ਹੋ ਗਈ। 1 ਸਾਲ ਚੱਲੀ, ਮੁੜ ਕੇ ਖਤਮ ਹੋ ਗਈ ਰੀਸ। ਰੀਸ ਨਾਲ ਨਹੀਂ ਗੱਲ ਬਣਿਆ ਕਰਦੇ। ਇਹ ਤਾਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਪਰਮਾਤਮਾ ਵੱਲੋਂ, ਜਿਹਦੀ ਜੋ ਡਿਊਟੀ ਹੈ ਉਹ ਕਰੀ ਜਾ ਰਿਹਾ ਹੈ। ਆਪਾਂ ਕਿਹਦੀ ਰੀਸ ਕਰਨ ਲੱਗੀਏ, ਨਹੀਂ ਗੱਲ ਬਣਿਆ ਕਰਦੇ। ਇਸ ਲਈ ਕਹਿੰਦੇ ਕੀੜੇ ਵੀ ਆਕਾਸ਼ 'ਚ ਉੱਡਣ ਵਾਲਿਆਂ ਦੀ ਰੀਸ ਕਰਨ ਲੱਗੇ ਨੇ। ਪਰ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਰੀਸ ਕਰਨ ਨਾਲ ਨਹੀਂ ਮਿਲਦਾ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੇਸ, ਨਦਰੀ ਹੁੰਦਾ ਕਿਰਪਾ ਦ੍ਰਿਸ਼ਟੀ ਨਾਲ। ਨਾਨਕ ਨਜ਼ਰੀ ਪਾਈਐ, ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਮਿਲਦਾ। ਸਾਡੇ ਜ਼ੋਰ ਨਾਲ ਨਹੀਂ ਉਹਨੇ ਮਿਲਣਾ, ਕਿਉਂਕਿ ਜਦੋਂ ਮਹਾਤਮਾ ਬੁੱਧ ਜੀ 12 ਸਾਲ ਤਪੱਸਿਆ ਕਰਦੇ ਰਹੇ, ਤਪੱਸਿਆ ਕੀਤੀ ਉਹਨੇ, ਪੁਰਾਣੇ ਜ਼ਮਾਨੇ ਤਪੱਸਿਆ ਕਰਦੇ ਹੁੰਦੇ ਸਨ, ਪ੍ਰੇਮਾ ਭਗਤੀ ਨਹੀਂ ਸੀ ਕਰਿਆ ਕਰਦੇ, ਸਰੀਰ ਨੂੰ ਕਸ਼ਟ ਦਿੰਦੇ ਸਨ। ਸਰੀਰ ਨੂੰ ਭੁੱਖਿਆਂ ਰੱਖਣਾ ਹੈ, ਪਿਆਸੇ ਰੱਖਣਾ ਹੈ, ਇਹਨੂੰ ਜਗਾ ਕੇ ਰੱਖਣਾ ਹੈ, ਸਰੀਰ ਨੂੰ ਕਸ਼ਟ ਦੇਣੇ, ਉਹਨੂੰ ਕਹਿੰਦੇ ਤਪੱਸਿਆ। ਤਪੱਸਿਆ ਕਰਦਿਆਂ ਕਰਦਿਆਂ ਸਰੀਰ ਸੁੱਕ ਕੇ ਤੀਲੇ ਵਾਂਗ ਹੋ ਗਿਆ ਹੈ, ਪਰ ਗਿਆਨ ਪ੍ਰਾਪਤ ਨਹੀਂ ਹੋ ਰਿਹਾ। ਕਹਿੰਦੇ ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਣਾ, ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਣਾ। ਅੰਦਰ ਹੋਏ ਸਰੀਰ ਜਿਹੜਾ ਹੈ ਉਹ ਕਮਜ਼ੋਰ ਹੋ ਗਿਆ, ਬਹੁਤ ਕਮਜ਼ੋਰ ਹੋ ਗਿਆ। ਹੁਣ ਬੈਠ ਨਹੀਂ ਹੁੰਦਾ, ਕਿਉਂਕਿ ਹਰ ਚੀਜ਼ ਦੀ ਇੱਕ ਹੱਦ ਹੈ। ਹੁਣ ਬੈਠ ਨਹੀਂ ਹੁੰਦਾ ਤੇ ਲੇਟਣ ਲੱਗੇ, ਕਹਿੰਦੇ ਤੇਰੀ ਮਰਜ਼ੀ, ਤੇ ਜੇ ਕਿਹਾ ਤੇਰੀ ਮਰਜ਼ੀ, ਨਾਲ ਦੀ ਨਾਲ ਹੀ ਗਿਆਨ ਹੋ ਗਿਆ ਹੈ। ਅਸੀਂ ਆਪਣੇ ਜ਼ੋਰ ਦੇ ਨਾਲ ਗਿਆਨ ਹਾਸਲ ਨਹੀਂ ਕਰ ਸਕਦੇ, ਇਹ ਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ। ਨਾਨਕ ਨਜ਼ਰੀ ਪਾਈਏ, ਪਰਮਾਤਮਾ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ। ਕੂੜੀ ਕੂੜੈ ਠੀਸ, ਕੂੜੈ ਝੂਠੇ ਬੰਦੇ ਦੀ ਜਿਹੜੀ ਠੀਸ ਗੱਲ, ਝੂਠੇ ਬੰਦੇ ਦੀ ਗੱਲ ਵੀ ਝੂਠੀ ਹੁੰਦੀ ਹੈ। ਜੇ ਕੋਈ ਕਹੇ ਮੈਂ ਹੋਰ ਤਰੀਕੇ ਨਾਲ ਰੱਬ ਪਾ ਸਕਦਾ ਹਾਂ, ਉਹ ਕਹਿੰਦੇ ਨਹੀਂ, ਤੇਰੇ ਤਰੀਕੇ ਨਾਲ ਨਹੀਂ ਮਿਲਣਾ ਰੱਬ। ਰੱਬ ਤੇ ਤਾਂ ਮਿਲਦਾ ਜੇ ਰੱਬ ਦੀ ਜਾਂ ਗੁਰੂ ਦੀ ਕਿਰਪਾ ਹੋ ਜਾਏ, ਫਿਰ ਮਿਲਦਾ। ਹਾਂ, ਯਤਨ ਕਰਨਾ ਸਾਡਾ ਫਰਜ਼ ਹੈ। ਕਰੋ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰਿਆਂ ਨੇ ਯਤਨ ਕੀਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਕਰਤਾ ਕਰੇ ਸੋ ਹੋਏ, ਪਰ ਹੁੰਦਾ ਤਾਂ ਉਹੀ ਹੈ ਜੋ ਪਰਮਾਤਮਾ ਕਰਦਾ ਹੈ। ਸਾਡਾ ਕੰਮ ਹੈ ਛਾਲਾਂ ਮਾਰਨਾ,
ਫਸਟ ਆਉਣਾ ਜਾਂ ਨਾ ਆਉਣਾ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ। ਸਰਦਾਰ ਮਿਲਖਾ ਸਿੰਘ ਜੀ ਦੌੜ ਰਹੇ ਨੇ, ਉਹਨੂੰ ਉੱਡਣਾ ਸਿੱਖ ਕਹਿੰਦੇ ਸੀ। ਯੂਰਪ 'ਚ ਜਿਹੜੀਆਂ ਵਰਲਡ ਦੀਆਂ ਖੇਡਾਂ ਹੁੰਦੀਆਂ ਉਹ ਉੱਥੇ ਉਹਨੂੰ ਕਹਿੰਦੇ ਇਹ ਉੱਡਣਾ ਸਿੱਖ, ਫਲਾਇੰਗ ਸਿੱਖ, ਵੀ ਇੰਨਾ ਤੇਜ਼ ਦੌੜਦਾ ਹੈ। ਉਹ ਦੂਜਿਆਂ ਨਾਲ ਕਾਫੀ ਅੱਗੇ ਲੰਘ ਗਿਆ, 2-4 ਫੁੱਟ ਨਹੀਂ, ਕਾਫੀ ਅੱਗੇ ਲੰਘ ਗਿਆ। ਪਰ ਜਦੋਂ ਅਖੀਰਲਾ ਗੇੜਾ ਹੋਣਾ ਸੀ ਉਹਦੇ ਗਿੱਟੇ 'ਚ ਮੋਚ ਆ ਗਈ ਅਤੇ ਉਹ ਨਹੀਂ ਗੱਲ ਬਣੀ, ਨਾ ਗੱਲ ਬਣੀ। ਇਸ ਲਈ ਯਤਨ ਕੀਤਾ, ਸਭ ਤੋਂ ਅੱਗੇ ਹੈ, ਬੱਲੇ 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 ਹੋ ਗਈ ਪੜਾਲ 'ਚ, ਪਰ ਅਖੀਰ 'ਤੇ ਮੋਚ ਆ ਗਈ, ਫਿਰ ਨਾ ਗੱਲ ਬਣੀ। ਇਸ ਤਾਂ ਗੁਰਬਾਣੀ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ। ਛਾਲਾਂ ਸਾਰਿਆਂ ਨੇ ਮਾਰੀਆਂ, ਜਿੱਤਦਾ ਕੌਣ ਹੈ ਤਾਂ ਦਾਤੇ ਦੀ ਮਰਜ਼ੀ ਹੈ। ਯਤਨ ਕਰਨਾ ਸਾਡਾ ਫਰਜ਼ ਹੈ। ਜਿਹੜਾ ਹੈ ਹੁਣ ਪਰਮਾਤਮਾ ਦੀ ਮਰਜ਼ੀ, ਉਹ ਕਿੰਨਾ ਫਲ ਲਾਉਂਦਾ, ਫਲ ਕਿੰਨਾ ਲਾਉਂਦਾ। ਪਰਮਾਤਮਾ ਦੀ ਪ੍ਰਾਪਤੀ ਲਈ ਯਤਨ ਕਰਨਾ ਸਾਡਾ ਫਰਜ਼ ਹੈ। ਇਹ ਹੁਣ ਪਰਮਾਤਮਾ ਦੀ ਮਰਜ਼ੀ, ਇਸੇ ਜਨਮ 'ਚ ਕਿਰਪਾ ਕਰ ਦੇ ਜਾਂ ਭਾਈ ਅਗਲੇ ਜਨਮ 'ਚ ਕਰਿਓ। ਉਹ ਕਿਰਪਾ ਕਰੂਗਾ ਤਾਂ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਬਾਕੀ ਹੋਰ ਤਰੀਕੇ ਦੱਸਣੇ, ਕਹਿੰਦਾ ਇਹ ਤਾਂ ਝੂਠੇ ਦੀ ਝੂਠੀ ਗੱਲ ਹੈ, ਝੂਠੇ ਦੀ ਝੂਠੀ ਗੱਪ, ਠੀਕ ਗੱਪ ਨੂੰ ਵੀ ਕਹਿੰਦੇ ਨੇ। ਆਖਣ ਜ਼ੋਰ ਚੁਪਹਿ ਨਹਿ ਜ਼ੋਰ। ਇੱਕ ਹੁੰਦਾ ਜੋਰ, ਹੁੰਦਾ ਰਾਰੇ ਨੂੰ ਸਿਹਾਰੀ, ਜੋਰ ਜੋੜ ਕੇ, ਦੋਏ ਕਰ ਜੋਰ ਕਰੀ ਅਰਦਾਸ। ਕਰ ਹੱਥ ਨੂੰ ਕਹਿੰਦੇ ਜੋਰ, ਜੋੜ ਕੇ, ਇਹ ਹੈ ਜ਼ੋਰ, ਪਾਵਰ ਜਿਹਨੂੰ ਕਹਿੰਦੇ ਤਾਕਤ। ਆਖਣ ਜ਼ੋਰ ਚੁਪਹਿ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਬੋਲਣ ਵਿੱਚ ਵੀ ਸਾਡਾ ਜ਼ੋਰ ਨਹੀਂ ਚੱਲਦਾ, ਸਾਡਾ ਵੱਸ ਨਹੀਂ ਚੱਲਦਾ। ਪਰਮਾਤਮਾ ਸ਼ਕਤੀ ਦੇਵੇ ਤਾਂ ਅਸੀਂ ਬੋਲ ਸਕਦੇ ਹਾਂ, ਨਹੀਂ ਤਾਂ ਉਹ ਗੁੰਗੇ ਕਰ ਦੇਗਾ, ਫਿਰ ਕਿੱਥੋਂ ਬੋਲਾਂਗੇ। ਅਸੀਂ ਆਪਣੇ ਜ਼ੋਰ ਨਾਲ ਬੋਲ ਵੀ ਨਹੀਂ ਸਕਦੇ। ਚੁੱਪਹਿ ਨਾ ਜ਼ੋਰ, ਨਾ ਆਪਣੇ ਜ਼ੋਰ ਨਾਲ ਚੁੱਪ ਰਹਿ ਸਕਦੇ ਹਾਂ। ਬੜਿਆਂ ਨੇ ਚੁੱਪ ਰਹਿਣ ਦੀ ਕੋਸ਼ਿਸ਼ ਕੀਤੀ, ਮਨ ਬੋਲੀ ਜਾਂਦਾ ਅੰਦਰ। ਮੈਂ ਬੈਠਾ ਰਹਾ ਚੁੱਪ, ਮੂੰਹ ਬੰਦ ਕਰਕੇ, ਮਨ ਤੇ ਅੰਦਰ ਬੋਲੀ ਜਾਂਦਾ, ਉਹ ਅੰਦਰ ਬੋਲੀ ਜਾ ਰਿਹਾ। ਸਿਰਫ ਇਹਨਾਂ ਬੱਚੇ ਦੇ ਵਿੱਚ ਉੱਚੀ ਬੋਲਦਾ ਹੈ, ਵੱਡੇ 'ਚ ਅੰਦਰ ਬੋਲੀ ਜਾਂਦਾ। ਇਹ ਮਨ ਦਿਨ ਰਾਤ ਬੋਲਦਾ ਹੀ ਰਹਿੰਦਾ ਹੈ। ਇਸ ਲਈ ਚੁੱਪ ਰਹਿਣ 'ਚ ਵੀ ਸਾਡਾ ਜ਼ੋਰ ਨਹੀਂ ਚੱਲਦਾ, ਬੋਲਣ 'ਚ ਵੀ ਸਾਡਾ ਜ਼ੋਰ ਨਹੀਂ ਚੱਲਦਾ, ਚੁੱਪ ਰਹਿਣ 'ਚ ਵੀ ਸਾਡਾ ਜ਼ੋਰ ਨਹੀਂ ਚੱਲਦਾ। ਜ਼ੋਰ ਨਾ ਮੰਗਣ, ਦਾਤਾ ਮੰਗਣ 'ਚ ਵੀ ਸਾਡਾ ਜ਼ੋਰ ਨਹੀਂ ਚੱਲਦਾ। ਉਹਦੀ ਮਰਜ਼ੀ ਹੈ, ਦਾਤ ਦੇਵੇ ਨਾ ਦੇਵੇ। ਅਸੀਂ ਧੱਕੇ ਨਾਲ ਉਸ ਤੋਂ ਪੁੱਤਰ ਨਹੀਂ ਲੈ ਸਕਦੇ, ਆਪਣੇ ਜ਼ੋਰ ਨਾਲ ਦਾਤੇ ਤੋਂ ਪੁੱਤਰ ਨਹੀਂ ਲੈ ਸਕਦੇ। ਉਹਦੀ ਮਰਜ਼ੀ ਹੈ, ਪੁੱਤਰ ਦੇਵੇ ਨਾ ਦੇਵੇ। ਮੰਗਣ 'ਚ ਵੀ ਸਾਡਾ ਜ਼ੋਰ ਨਹੀਂ ਚੱਲਦਾ, ਦੇਣ ਨਾ ਜ਼ੋਰ। ਅਤੇ ਜੋ ਅਸੀਂ ਕਿਸੇ ਨੂੰ ਦਾਨ ਦਿੰਦੇ ਹਾਂ ਉਸ 'ਚ ਵੀ ਸਾਡਾ ਜ਼ੋਰ ਨਹੀਂ ਚੱਲਦਾ, ਉਸ ਵੀ ਸਾਡਾ ਜ਼ੋਰ। ਕਈ ਵਾਰੀ ਦਾਨ ਦੇਣ ਨਾਲ ਅਗਲਾ ਲੈਂਦੇ ਹੀ ਨਹੀਂ। ਇੱਕ ਵਾਰੀ ਇੱਥੇ ਕਈ ਸਾਲਾਂ ਦੀ ਗੱਲ, ਇਹ ਜਿਹੜੇ ਸਵੀਪਰ ਜਿਹੜੇ ਹੁੰਦੇ ਸਾਰੇ ਰਲ ਕੇ ਮੇਰੇ ਕੋਲ ਆ ਗਏ। ਅਸੀਂ ਜੀ ਉੱਥੇ ਚੱਲੇ ਹਾਂ ਬਾਬਾ ਬਾਲਕ ਨਾਥ ਦੇ। ਮੈਂ ਜਾਓ ਜੀ, ਮੈਂ ਕਿਹੜਾ ਤੁਹਾਨੂੰ ਰੋਕਦਾ, ਪਤਾ ਤਾਂ ਮੈਨੂੰ ਸੀ ਕਿਵੇਂ, ਕੋਈ ਸਹਾਇਤਾ ਕਰੋ ਜੀ। ਮੈਂ 1100 ਰੁਪਈਆ ਦਿੱਤਾ, ਵੀ ਕਈ ਬੰਦੇ ਚੱਲ ਕੇ ਚੱਲ। ਉਹਨੇ ਮੇਰੇ ਪੈਸੇ ਸੁੱਟਤੇ, ਕਹਿੰਦੇ ਅਸੀਂ ਨਹੀਂ 1100 ਲੈਣੇ, ਸਾਨੂੰ ਘੱਟ ਤੋਂ ਘੱਟ 2100 ਦਿਓ। ਮੈਂ ਪੈਸੇ ਚੱਕੇ, ਜੇਬ 'ਚ ਪਾ ਲਏ, ਮੈਂ ਬਾਹਰ ਨਿਕਲ, ਮੇਰੇ ਗੇਟ ਤੋਂ ਬਾਹਰ। ਖਬਰਦਾਰ ਜੇ ਅੱਗੇ ਤੋਂ ਆਏ। ਕਿਉਂ? ਮੇਰੇ ਲਈ ਤੁਸੀਂ ਚੱਲੇ ਬਾਲਕ ਨਾਥ ਦੇ, ਆਪਣੇ ਲਈ ਚੱਲਿਓ, ਜਾਓ, ਨਹੀਂ ਪੈਸਾ ਮਤ ਜਾਓ। ਇਹ ਤਾਂ ਨਹੀਂ ਮੈਂ ਤੁਹਾਨੂੰ ਜ਼ਰੂਰ 2100 ਹੀ ਦੇਵੋ ਜੀ, ਮੁੜ ਕੇ ਨਹੀਂ ਫਿਰ ਮੇਰੇ ਆਏ। ਮੈਂ ਆਪਣੇ ਚੱਕ ਲਿਆ, ਜੇ ਮੈਂ ਜ਼ਿਆਦਾ ਭੱਜ। ਜ਼ੋਰ ਨਾਲ ਥੋੜ੍ਹਾ ਹੀ ਅਸੀਂ ਕਿਸੇ ਤੋਂ ਕੁਝ ਨਾ ਦਾਨ ਦੇ ਸਕਦੇ ਹਾਂ, ਨਾ ਕਿਸੇ ਤੋਂ ਲੈ ਸਕਦੇ ਹਾਂ। ਇਸ ਲਈ ਦਾਤ ਜ਼ੋਰ ਨਾਲ ਨਹੀਂ ਲਈ ਜਾ ਸਕਦੀ, ਨਾ ਜ਼ੋਰ ਨਾਲ ਦਿੱਤੀ ਜਾ ਸਕਦੀ ਹੈ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਜਿਉਣ ਵਿੱਚ ਵੀ ਸਾਡਾ ਜ਼ੋਰ ਨਹੀਂ ਚੱਲਦਾ ਅਤੇ ਮਰਨ 'ਚ ਵੀ ਸਾਡਾ ਜ਼ੋਰ ਨਹੀਂ ਚੱਲਦਾ। ਅਸੀਂ ਆਪਣੇ ਜ਼ੋਰ ਨਾਲ ਜਿਉਂਦੇ ਨਹੀਂ ਰਹਿ ਸਕਦੇ
ਤੇ ਆਪਣੇ ਜ਼ੋਰ ਨਾਲ ਅਸੀਂ ਮੌਤ ਤੋਂ ਵੀ ਨਹੀਂ ਬਚ ਸਕਦੇ। ਇਹ ਤਾਂ ਉਹ ਦਾਤੇ ਦੀ ਦਾਤ ਹੈ। ਜ਼ੋਰ ਨਾਲ ਜੀਵਨ, ਜ਼ੋਰ ਨਾਲ ਅਸੀਂ ਜਿਉਂਦੇ ਨਹੀਂ ਰਹਿ ਸਕਦੇ, ਤੇ ਜ਼ੋਰ ਨਾਲ ਸਾਡੀ ਮੌਤ ਨਹੀਂ ਹੋ ਸਕਦੀ। ਜ਼ੋਰ ਨਾਲ ਰਾਜ, ਮਾਲ, ਮਨ, ਸ਼ੋਰ। ਮਨ ਦੇ ਵਿੱਚ ਰਾਜ ਦਾ, ਮਾਲ, ਪ੍ਰੋਪਰਟੀ ਦਾ ਬੜਾ ਸ਼ੋਰ ਹੈ, ਹੰਕਾਰ ਹੈ ਨਾ, ਮੇਰੇ ਕੋਲ ਰਾਜ ਹੈ, ਮੇਰੇ ਕੋਲ ਬਹੁਤ ਪ੍ਰੋਪਰਟੀ ਹੈ, ਬੜੀ ਮਾਇਆ ਹੈ। ਇਹ ਜਿਹੜਾ ਰਾਜ, ਮਾਲ ਕਰ ਜਿਹੜਾ ਮਨ 'ਚ ਰੋਲ ਘਚੋਲਾ ਨਾ, ਇਸ 'ਤੇ ਵੀ ਸਾਡਾ ਜ਼ੋਰ ਨਹੀਂ ਚੱਲਦਾ ਵੀ ਅਸੀਂ ਮਨ ਨੂੰ ਚੁੱਪ ਕਰਾ ਲਈਏ। ਨਹੀਂ, ਨਾ ਰਾਜ ਪ੍ਰਾਪਤ ਕਰਨ 'ਚ ਜ਼ੋਰ ਚੱਲਦਾ, ਨਾ ਧਨ ਦੌਲਤ 'ਚ ਪ੍ਰਾਪਤ ਕਰਨ 'ਚ ਜ਼ੋਰ ਚੱਲਦਾ, ਨਾ ਇਸ ਸ਼ੋਰ ਸ਼ਰਾਬੇ ਨੂੰ ਬੰਦ ਕਰਨ 'ਚ ਸਾਡਾ ਕੋਈ ਜ਼ੋਰ ਚੱਲਦਾ। ਜ਼ੋਰ ਨਾ ਸੁਰਤੀ, ਗਿਆਨ, ਵਿਚਾਰ। ਸੁਰਤ ਧਿਆਨ ਨੂੰ ਕਹਿੰਦੇ ਨੇ। ਧਿਆਨ ਵਿੱਚ, ਗਿਆਨ ਵਿੱਚ ਅਤੇ ਵਿਚਾਰ ਵਿੱਚ ਵੀ ਸਾਡਾ ਜ਼ੋਰ ਨਹੀਂ ਚੱਲਦਾ। ਅਸੀਂ ਆਪਣੇ ਜ਼ੋਰ ਨਾਲ ਨਾ ਤਾਂ ਆਪਣੀ ਸੁਰਤ ਪਰਮਾਤਮਾ ਜੋੜ ਸਕਦੇ ਹਾਂ, ਨਾ ਕੋਈ ਰੱਬੀ ਗਿਆਨ ਆਪਣੇ ਜ਼ੋਰ ਨਾਲ ਪ੍ਰਾਪਤ ਕਰ ਸਕਦੇ ਹਾਂ, ਅਤੇ ਨਾ ਕੋਈ ਰੱਬੀ ਵਿਚਾਰ ਨੂੰ ਆਪਣੇ ਜ਼ੋਰ ਨਾਲ ਗ੍ਰਹਿਣ ਕਰ ਸਕਦੇ ਹਾਂ। ਇਹਨਾਂ ਚੀਜ਼ਾਂ ਸਾਡਾ ਜ਼ੋਰ ਨਹੀਂ ਚੱਲਦਾ। ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਨਾ ਹੀ ਸਾਨੂੰ ਉਹ ਜੁਗਤੀ ਜਿਸ ਨਾਲ ਸਾਡਾ ਸੰਸਾਰ ਤੋਂ ਛੁਟਕਾਰਾ ਹੋ ਜਾਵੇ, ਸਾਡਾ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਵੇ, ਉਸ ਜੁਗਤੀ 'ਤੇ ਵੀ ਸਾਡਾ ਜ਼ੋਰ ਨਹੀਂ ਚੱਲਦਾ। ਉੱਥੇ ਵੀ ਸਾਡਾ ਜ਼ੋਰ ਨਹੀਂ ਚੱਲਦਾ। ਫਿਰ ਗੁਰੂ ਮਹਾਰਾਜ ਤੱਤਸਾਰ ਕੱਢਦੇ ਨੇ, ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜਿਹਦੇ ਹੱਥ 'ਚ ਤਾਕਤ ਹੈ ਕਰ, ਉਹੀ ਸ੍ਰਿਸ਼ਟੀ ਨੂੰ ਬਣਾ ਕੇ ਇਸ ਨੂੰ ਵੇਖ ਰਿਹਾ ਹੈ। ਜਿਹਦੇ ਹੱਥ ਜ਼ੋਰ ਹੈ ਨਾ, ਉਹੀ ਜਿਹੜਾ ਸ੍ਰਿਸ਼ਟੀ ਨੂੰ ਬਣਾਉਂਦਾ, ਉਹੀ ਇਸ ਦੀ ਦੇਖਭਾਲ ਕਰਦਾ ਹੈ। ਨਾਨਕ ਉੱਤਮ ਨੀਚ ਨਾ ਕੋਈ। ਆਪਣੇ ਆਪ 'ਚ ਨਾ ਕੋਈ ਵਧੀਆ ਹੈ ਅਤੇ ਨਾ ਕੋਈ ਘਟੀਆ ਹੈ। ਇਹ ਤਾਂ ਉਹਦੇ ਹੁਕਮ ਅਨੁਸਾਰ ਕੋਈ ਵਧੀਆ ਹੈ, ਕੋਈ ਘਟੀਆ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਾਈ। ਉਹਦੇ ਹੁਕਮ ਅਨੁਸਾਰ ਹੀ ਕੋਈ ਵਧੀਆ, ਉਹਦੇ ਹੁਕਮ ਅਨੁਸਾਰ ਹੀ ਕੋਈ ਘਟੀਆ, ਕੋਈ ਉੱਤਮ ਹੈ, ਕੋਈ ਨੀਚ ਹੈ। ਇਹ ਅਸੀਂ ਆਪਣੇ ਜ਼ੋਰ ਨਾਲ ਨਾ ਵਧੀਆ ਅਤੇ ਨਾ ਕੋਈ ਘਟੀਆ ਬਣਾ ਸਕਦੇ। ਇਸ ਲਈ ਮਨੁੱਖ ਨੂੰ ਸਮਝਾਇਆ ਕਿ ਤੇਰੇ ਜ਼ੋਰ ਨਾਲ ਨਹੀਂ ਗੱਲ ਬਣਨੀ। ਅਲੱਗ ਲਾ ਲੈ ਜ਼ੋਰ, ਆਪਾਂ ਕਈ ਵਾਰੀ ਕਹਿੰਦੇ ਨਾ ਲਾ ਲੈ ਜ਼ੋਰ, ਭਾਵ ਜ਼ੋਰ ਤੇ ਬੜਾ ਲਾਇਆ, ਉਹਦੀ ਨਹੀਂ ਗੱਲ ਬਣੀ। ਮੇਰੇ ਭਰਾ ਦੇ ਮੰਗਣਾ ਹੋਣ 'ਚ ਸਾਡਾ ਤਾਇਆ ਨੇ ਬੜਾ ਜ਼ੋਰ ਆ ਵੀ ਨਾ ਹੋਵੇ, ਨਾ ਹੋਵੇ। ਕਈ ਨੂੰ ਆਦਤ ਹੁੰਦੀ ਹੈ, ਕੋਈ ਦੱਸ ਤੇਰਾ ਭਤੀਜਾ ਹੈ, ਤੈਨੂੰ ਆਪਣੇ ਭਤੀਜੇ ਦੇ ਮੰਗਣੇ 'ਚ ਖੁਸ਼ੀ ਨਹੀਂ? ਇੱਕ ਤਾਂ ਹੋਵੇ ਵੀ ਹਾਂ ਭਾਈ ਦੋਨਾਂ ਭਰਾਵਾਂ ਦੀ ਆਪਸ 'ਚ ਨਹੀਂ ਬਣਦੀ। ਜੇ ਸਾਡੇ ਪਿਤਾ ਦੇ ਤਾਏ ਦੀ ਆਪਸ 'ਚ ਨਾ ਬਣਦੀ ਹੁੰਦੀ ਫਿਰ ਤਾਂ ਗੱਲ ਕੋਈ ਹੋਰ ਸੀ। ਕਈਆਂ ਨੂੰ ਉਂਝ ਹੀ ਹੁੰਦਾ ਵੀ ਤੂੰ ਚਾਹੁੰਦਾ ਤੇਰੇ ਮੁੰਡੇ ਦਾ ਮੰਗਣਾ ਉਹਦੇ ਭਰਾ ਦੇ ਮੁੰਡੇ ਦਾ ਨਾ ਹੋਵੇ, ਭਾਨੀ ਮਾਰ ਦਿਆ ਕਰਨ। ਹੁਣ ਜਿਹੜੇ ਸੰਯੋਗ ਨੇ ਉਹ ਤਾਂ ਹੋਣੇ ਹੀ ਸੀ। ਉਸ ਜ਼ਮਾਨੇ 'ਚ ਨਾ ਜਿਹੜੇ ਆਉਂਦੇ ਸਨ ਮੰਗੇ ਸ਼ਗਨ ਦੇਣ, ਉਹਨਾਂ ਨੂੰ ਇੱਕ ਇੱਕ ਬੁੱਕ ਪਤਾਸਿਆਂ ਦਾ ਦਿਆ ਕਰਦੇ ਸੀ। ਚਲੋ ਜੀ, ਜਿਹੜਾ ਭਰਾ ਚੌਕੀ 'ਤੇ ਬੈਠਾ ਹੋਇਆ, ਮੰਗਣਾ ਹੋ ਗਿਆ, ਹੁਣ ਉਹ ਵਰਤਾਉਣ ਵਾਲਾ ਪਤਾਸੇ ਵਰਤਾ ਰਿਹਾ, ਸਾਰਿਆਂ ਨੂੰ ਇੱਕ ਇੱਕ ਬੁੱਕ ਦੇ ਰਿਹਾ। ਜਦੋਂ ਸਾਡੇ ਤਾਏ ਕੋਲੇ ਪਹੁੰਚਿਆ ਨਾ, ਮੇਰਾ ਭਰਾ ਕਹਿੰਦਾ ਵੀ ਸਾਡੇ ਤਾਏ ਦਾ ਬੜਾ ਜ਼ੋਰ ਲੱਗਾ, ਇਹਨੂੰ 2 ਬੁੱਕ ਦੇਈ, ਉਹਨੂੰ ਧਰਤੀ ਵੇਲ ਨਾ ਦੇਵੇ। ਉਹ ਸ਼ਰਮਿੰਦਾ ਜਿਹਾ ਹੋ ਗਿਆ, ਕਹਿੰਦਾ ਇਹਦਾ ਬੜਾ ਜ਼ੋਰ ਲੱਗਾ, ਇਹਨੂੰ 2 ਬੁੱਕ ਦੇਈ। ਸੋ ਸਾਡੇ ਜ਼ੋਰ ਨਾਲ ਕਿੰਨੀ ਗੱਲ ਬਣਦੀ। ਜ਼ੋਰ ਸਾਡਾ ਸਾਰਾ ਉਹਦੇ ਹੱਥ ਵਿੱਚ ਹੈ। ਉਹਨੇ ਦੇਖਣਾ ਕੀ ਕਰਨਾ, ਕੀ ਨਹੀਂ ਕਰਨਾ।
ਇਸ ਲਈ ਕਹਿੰਦੇ ਅਸੀਂ ਤੇ ਆਪਣੇ ਜ਼ੋਰ ਨਾਲ ਚੰਗੇ ਬੰਦੇ ਵੀ ਨਹੀਂ ਹਾਂ। ਜੇ ਕੋਈ ਚੰਗਾ ਤੇ ਜੇ ਕੋਈ ਮੰਦਾ ਹੈ ਤੇ ਤਾਂ ਪਰਮਾਤਮਾ ਦੇ ਹੁਕਮ ਨਾਲ ਹੈ। ਹੁਣ ਅੱਗੋਂ ਜਿਹੜਾ ਇਹ 5 ਖੰਡ ਚੱਲ ਪਏ ਨੇ। 5 ਖੰਡਾਂ 'ਚ ਪਹਿਲਾ ਆਉਂਦਾ ਧਰਮ ਖੰਡ, ਦੂਜਾ ਆਉਂਦਾ ਗਿਆਨ ਖੰਡ, ਤੀਜਾ ਆਉਂਦਾ ਸ਼ਰਮ ਖੰਡ, ਚੌਥਾ ਆਉਂਦਾ ਕਰਮ ਖੰਡ ਤੇ ਪੰਜਵਾਂ ਹੈ ਸੱਚਖੰਡ। ਇਹ ਹੁਣ ਧਰਮ ਖੰਡ ਦਾ ਇੱਥੇ ਵਰਣਨ ਹੋ ਰਿਹਾ ਹੈ। ਰਾਤੀ ਰੁੱਤੀ ਥਿਤੀ ਵਾਰ, ਜਦੋਂ ਸਾਡੇ 'ਚ ਭਜਨ ਬੰਦਗੀ ਕਰਦਾ ਕਰਦਾ ਕੋਈ ਧਰਮ ਖੰਡ ਵਿੱਚ ਪਹੁੰਚੇਗਾ, ਫਿਰ ਉਹਨੂੰ ਕੀ ਗਿਆਨ ਹੋਏਗਾ? ਆਹੀ ਗਿਆਨ ਹੋਏਗਾ। ਰਾਤੀ ਇਹ ਬਹੁਵਚਨ ਨੇ, ਰੁੱਤੀ ਥਿਤੀ ਵਾਰ ਤੇ ਹੈ ਹੀ ਬਹੁਵਚਨ। ਵਾਰ ਜੇ ਰਾਰੇ ਨੂੰ ਔਂਕੜ ਹੁੰਦਾ ਫਿਰ ਹੁਣ ਅਸੀਂ ਇੱਕ ਦਿਨ, ਵਾਰ ਦਿਨ ਨੂੰ ਕਿ ਦਿਨ। ਜੇ ਹਫ਼ਤੇ ਦੇ ਕਿੰਨੇ ਵਾਰ ਨੇ? 7 ਦਿਨ। ਵਾਰ ਰਾਰੇ ਨੂੰ ਔਂਕੜ ਨਾ ਹੋਣ ਕਰਕੇ ਇਹ ਬਹੁਵਚਨ ਹੋ ਗਏ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪਰਮਾਤਮਾ ਜਦੋਂ ਗਿਆਨ ਖੰਡ 'ਚ ਬੰਦਾ ਪਹੁੰਚਦਾ ਤਾਂ ਗਿਆਨ ਦਾ ਪਰਮਾਤਮਾ ਨੇ ਰਾਤਾਂ ਬਣਾਈਆਂ, ਰੁੱਤਾਂ ਬਣਾਈਆਂ, ਥਿੱਤਾਂ ਬਣਾਈਆਂ। ਏਕਮ ਦੂਜ ਤੀਜ ਆਪਾਂ ਕਹਿੰਦੇ ਥਿੱਤਾਂ ਨੇ। ਅਸ਼ਟਮੀਆਂ ਜੀ, ਅੱਜ ਪੰਚਮੀ ਹੈ ਜੀ, ਇਕਾਦਸ਼ੀ ਹੈ ਜੀ, ਇਹ ਥਿੱਤਾਂ ਨੇ। ਵਾਰ ਦਿਨ ਬਣਾਏ, ਰਾਤਾਂ ਬਣਾਈਆਂ, ਰੁੱਤਾਂ ਬਣਾਈਆਂ, ਥਿੱਤਾਂ ਬਣਾਈਆਂ, ਦਿਨ ਬਣਾਏ। ਪਵਨ ਹਵਾ ਬਣਾਈ, ਪਾਣੀ ਬਣਾਇਆ, ਅਗਨੀ ਅੱਗ ਬਣਾਈ, ਪਾਤਾਲ ਧਰਤੀਆਂ ਬਣਾਈਆਂ, ਧਰਤੀਆਂ ਬਣਾਈਆਂ। ਰਾਤਾਂ ਬਣਾਈਆਂ, ਰੁੱਤਾਂ ਬਣਾਈਆਂ, ਥਿੱਤਾਂ ਬਣਾਈਆਂ, ਵਾਰ ਬਣਾਏ, ਹਵਾ ਬਣਾਈ, ਪਾਣੀ ਬਣਾਇਆ, ਅੱਗ ਬਣਾਈ ਅਤੇ ਪਾਤਾਲ ਬਣਾਏ, ਭਾਵ ਧਰਤੀਆਂ ਬਣਾਈਆਂ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਉਹਨਾਂ ਧਰਤੀਆਂ ਦੇ ਜੋ ਕੁਝ ਬਣਾਇਆ ਪਰਮਾਤਮਾ ਨੇ, ਉਹ ਆਹ ਜਿਹੜੀ ਧਰਤੀ ਸਾਡੀ, ਜਿਹਨੂੰ ਅਸੀਂ ਮਾਤ ਲੋਕ ਕਹਿੰਦੇ, ਇਹਨਾਂ ਰਾਤਾਂ ਰੁੱਤਾਂ ਥਿੱਤਾਂ ਵਾਰ ਪਵਨ ਪਾਣੀ ਅਗਨੀ ਦੇ ਵਿੱਚ ਕਹਿੰਦੇ ਇੱਕ ਧਰਤੀ ਬਣਾਈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਉਹਦੇ 'ਚ ਇੱਕ ਧਰਤੀ ਬਣਾਈ ਅਤੇ ਉਹਨੂੰ ਧਰਮਸ਼ਾਲਾ ਬਣਾ ਦਿੱਤਾ। ਇਹ ਸਾਡੀ ਜਿਹੜੀ ਧਰਤੀ ਨੇ ਇਹ ਧਰਮਸਾਲ ਹੈ। ਅਤੇ ਧਰਮਸਾਲ ਕਿਹਨੂੰ ਕਹਿੰਦੇ? ਉਹ ਥਾਂ ਜਿੱਥੇ ਬੈਠ ਕੇ ਧਰਮ ਕਮਾਇਆ ਜਾਵੇ ਉਹਨੂੰ ਕਹਿੰਦੇ ਧਰਮਸਾਲ। ਜਿਵੇਂ ਪ੍ਰਯੋਗਸ਼ਾਲਾ, ਜਿੱਥੇ ਪ੍ਰਯੋਗ ਕੀਤੇ ਜਾਂਦੇ ਨੇ, ਜਿੱਥੇ ਪ੍ਰੈਕਟੀਕਲ ਕੀਤੇ ਜਾਂਦੇ ਨੇ, ਇਹ ਧਰਮਸ਼ਾਲਾ ਹੈ। ਜਿਹੜੀ ਧਰਤੀ ਜਿਸ 'ਤੇ ਅਸੀਂ ਰਹਿੰਦੇ ਹਾਂ ਨਾ, ਇਹ ਪਰਮਾਤਮਾ ਨੇ ਥਾਪ ਰੱਖੀ, ਬਣਾਈ। ਕਿਸ ਲਈ ਬਣਾਈ? ਧਰਮਸ਼ਾਲਾ। ਵੀ ਇਹ ਧਰਮਸ਼ਾਲਾ ਹੈ, ਇਸ ਧਰਤੀ 'ਤੇ ਬੈਠ ਕੇ ਤੁਸੀਂ ਧਰਮ ਕਮਾਉਣਾ ਹੈ। ਨਾ ਗਿਆਨ ਹੋਣ ਕਰਕੇ ਇਸ ਧਰਤੀ 'ਤੇ ਕਿਤਨਾ ਅਧਰਮ ਹੋ ਗਿਆ ਹੈ। ਜਿਵੇਂ ਗੁਰਦੁਆਰਾ ਕਾਹਦੇ ਲਈ ਬਣਾਇਆ? ਭਜਨ ਬੰਦਗੀ ਲਈ। ਅਤੇ ਇੱਥੇ ਜੇ ਕਰਮ ਸ਼ੁਰੂ ਹੋ ਜਾਣ ਤਾਂ ਫਿਰ ਦੇਖੋ ਫਿਰ ਕਿਆ ਨਤੀਜਾ ਨਿਕਲੇਗਾ। ਗੁਰਦੁਆਰਾ ਪਵਿੱਤਰ ਹੈ, ਪਵਿੱਤਰ ਥਾਂ 'ਤੇ ਅਪਵਿੱਤਰ ਕੰਮ ਨਹੀਂ ਹੋ ਸਕਦਾ, ਅਤੇ ਜੇ ਹੋਏਗਾ ਤਾਂ ਸੂਨਰ ਲੇਟਰ ਉਹਦੀ ਸਜ਼ਾ ਮਿਲੇਗੀ। ਇਹ ਗੁਰਦੁਆਰਾ ਪਵਿੱਤਰ ਹੈ, ਇਹ ਗੁਰੂ ਦਾ ਘਰ ਹੈ। ਗੁਰੂ ਦੇ ਘਰ 'ਚ ਬੈਠ ਕੇ ਕੁਝ ਵੀ ਗਲਤ ਕੰਮ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਨੇ ਧਰਮਸ਼ਾਲਾ ਬਣਾਈ ਹੈ। ਬੰਦਾ ਬੜਾ ਚਲਾਕ ਹੈ, ਇਹਨੇ ਨਾ ਧਰਮਸ਼ਾਲਾ ਦੇ ਅਰਥ ਹੀ ਬਦਲਦੇ। ਇਹ ਹਰੀਜਨਾਂ ਦੀ ਧਰਮਸ਼ਾਲਾ ਜੀ, ਭਾਵ ਜੰਝ ਘਰ ਹੈ। ਪਿੰਡਾਂ 'ਚ ਨਾ ਜੰਝ ਘਰ ਨੂੰ ਧਰਮਸ਼ਾਲਾ ਕਹਿੰਦੇ। ਵੀ ਉਹ ਸ਼ਰਾਬਾ ਪੀਵੋ, ਗੱਦੇ ਗੀਤ ਲਾਓ, ਬਸ ਬਦਲਦੇ ਨਾ ਹੀ, ਇਹਦੇ ਭਾਵ ਨਹੀਂ ਬਦਲ ਦੋ। ਪਰਮਾਤਮਾ ਨੇ ਇਹ ਧਰਤੀ ਧਰਮਸ਼ਾਲਾ ਬਣਾਈ ਹੈ। ਵੀ ਇਸ ਧਰਤੀ 'ਤੇ ਬੈਠ ਕੇ ਤੁਸੀਂ ਧਰਮ ਕਮਾਉਣਾ ਹੈ, ਸਹੀ ਕਰਮ ਕਰਨੇ ਨੇ, ਨਾਮ ਜਪਣੇ, ਮਾੜੇ ਕੰਮ ਨਹੀਂ ਕਰਨੇ, ਪੁੱਠੇ ਕੰਮ ਨਹੀਂ ਕਰਨੇ। ਇਹ ਧਰਮਸ਼ਾਲਾ ਹੈ।
ਜੇ ਗੁਰਦੁਆਰੇ ਮੰਦਰਾਂ 'ਚ ਮਸੀਤਾਂ 'ਚ ਪੁੱਠੇ ਕੰਮ ਨਹੀਂ ਕਰਨੇ। ਇਹ ਤਾਂ ਸ਼ੁਭ ਕਰਮ ਕਰਨ ਲਈ ਹੈ, ਇਹ ਤਾਂ ਨਾਮ ਜਪਣ ਲਈ ਹੈ, ਇਹ ਤਾਂ ਭਜਨ ਬੰਦਗੀ ਕਰਨ ਲਈ ਥਾਵਾਂ ਹੁੰਦੀਆਂ ਨੇ। ਇਸ ਤਰ੍ਹਾਂ ਪਰਮਾਤਮਾ ਨੇ ਸਾਰੀ ਧਰਤੀ ਹੀ ਧਰਮਸ਼ਾਲਾ ਬਣਾਈ ਹੈ। ਇੱਥੇ ਹੋਰ ਧਰਮਸ਼ਾਲਾ ਬਣਾਉਣ ਦੀ ਭਾਵੇਂ ਨਾ ਵੀ ਲੋੜ ਹੁੰਦੀ। ਪੁਰਾਣੇ ਜਿਹੜੇ ਰਿਸ਼ੀ ਮੁਨੀ ਸਨ, ਕਿਹੜਾ ਉੱਥੇ ਮੰਦਰ ਬਣਾਉਂਦੇ ਸਨ, ਉਹ ਕਿਹੜਾ ਗੁਰਦੁਆਰੇ ਬਣਾਉਂਦੇ ਸਨ, ਪਰ ਦਰਖਤ ਹੇਠਾਂ ਬੈਠੇ ਉੱਥੇ ਆਪਣੀ ਤਪੱਸਿਆ ਕਰਨ। ਉਹਨਾਂ ਲਈ ਸਾਰੀ ਧਰਤੀ ਧਰਮਸ਼ਾਲਾ ਸੀ। ਇਹ ਸਾਰੀ ਧਰਤੀ ਪਰਮਾਤਮਾ ਨੇ ਧਰਮਸਾਲ ਬਣਾਈ ਹੈ ਕਿ ਇਸ ਧਰਤੀ 'ਤੇ ਆ ਕੇ, ਇਸ ਧਰਤੀ 'ਤੇ ਬੈਠ ਕੇ ਧਰਮ ਦੀ ਕਮਾਈ ਕਰਨੀ, ਧਰਮ ਕਮਾਉਣਾ, ਨਾਮ ਜਪਣਾ। ਤਿਸ ਵਿੱਚ ਜੀ ਜੁਗਤ ਕੇ ਰੰਗ। ਫਿਰ ਇਸ ਧਰਤੀ 'ਤੇ ਪਰਮਾਤਮਾ ਨੇ ਕਿੰਨੇ ਜੀ, ਜਦੋਂ ਆੜੇ ਨੂੰ ਬਿਆਰੀ ਲੱਗਦੀ ਹੈ ਆੜਾ ਲੱਗ, ਜੱਜੇ ਨੂੰ ਬਿਆਰੀ ਆੜਾ, ਇੱਕ ਤਾਂ ਲੰਮੀ ਆਵਾਜ਼ ਕਰ ਲਈ ਜੀ, ਇੱਕ ਬਹੁਵਚਨ ਹੋ ਗਿਆ ਹੈ ਜੀਵ, ਆਪਾਂ ਜਿਹਨੂੰ ਜੀਵ ਜੰਤੂ ਕਹਿੰਦੇ। ਤਿਸ ਵਿੱਚ ਜੀ ਜੁਗਤ ਕੇ ਰੰਗ। ਪਰਮਾਤਮਾ ਨੇ ਕਈ ਤਰੀਕਿਆਂ ਦੇ, ਕਈ ਰੰਗਾਂ ਦੇ ਜੀਵ ਪੈਦਾ ਕਰਤੇ ਨੇ, ਭਾਂਤ ਦੇ ਜੀਵ ਪੈਦਾ ਕਰ ਦਿੱਤੇ, ਜਿਨ੍ਹਾਂ ਦੇ ਜੀਵਨ ਢੰਗ ਅੱਡ ਅੱਡ ਹੈ, ਜਿਨ੍ਹਾਂ ਦੇ ਰੰਗ ਅੱਡ ਅੱਡ ਹਨ। ਕਿੰਨੇ ਹੀ ਪੈਦਾ ਕਰਦੇ। ਤਿਨ ਕੇ ਨਾਮ ਅਨੇਕ ਅਨੰਤ। ਉਹਨਾਂ ਦੇ ਨਾਮ ਅਨੇਕਾਂ ਨੇ। ਹੁਣ ਦੇਖੋ, ਜਿੰਨੇ ਜੀਵ ਨੇ ਹਰ ਇੱਕ ਦਾ ਕੋਈ ਨਾ ਕੋਈ ਨਾਮ ਹੈ, ਇਸ ਲਈ ਅਨੇਕਾਂ ਨਾਮ ਨੇ। ਅਨੰਤ ਹੁੰਦਾ ਅਨੰਤ, ਜਿਹਨਾਂ ਦਾ ਅੰਤ ਹੀ ਕੋਈ ਨਹੀਂ। ਉਹ ਜੀਵਾਂ ਦੇ ਨਾਮਾਂ ਦਾ ਕੋਈ ਅੰਤ ਹੀ ਨਹੀਂ ਹੈ, ਅਨੇਕਾਂ ਹੀ ਉਹਨਾਂ ਦੇ ਨਾਮ ਹਨ। ਕਰਮੀ ਕਰਮੀ ਹੋਏ ਵਿਚਾਰ। ਫਿਰ ਕਰਮਾਂ ਦੇ ਅਨੁਸਾਰ ਜੋ ਕਿਸੇ ਨੇ ਮਨੁੱਖ ਨੇ ਕਰਮ ਕੀਤੇ ਨੇ, ਉਹਦੇ ਕਰਮਾਂ ਦਾ ਵਿਚਾਰ ਦਾ ਹਿਸਾਬ ਕਿਤਾਬ। ਫਿਰ ਕਰਮਾਂ ਦੇ ਅਨੁਸਾਰ ਮਨੁੱਖ ਦਾ ਹਿਸਾਬ ਕਿਤਾਬ ਹੁੰਦਾ ਵੀ ਇਹਨੇ ਕਿਹੜੇ ਚੰਗੇ ਕੰਮ ਕੀਤੇ, ਕਿਹੜੇ ਮੰਦੇ ਕੰਮ ਕੀਤੇ। ਮਨੁੱਖ ਜ਼ਿੰਦਗੀ 'ਚ ਕੁਝ ਚੰਗੇ ਕਰਦਾ, ਕੁਝ ਮੰਦੇ ਵੀ ਕਰਦਾ ਹੈ। ਇਸ ਲਈ ਜਿਹੜੇ ਚੰਗੇ ਕੰਮ ਕੀਤੇ ਉਹਨਾਂ ਦਾ ਚੰਗਾ ਫਲ ਸਾਨੂੰ ਮਿਲਣਾ, ਜਿਹੜੇ ਮੰਦੇ ਕੰਮ ਕੀਤੇ ਉਹਨਾਂ ਦਾ ਮੰਦਾ ਫਲ ਮਿਲਣਾ ਹੈ। ਚੰਗਿਆਂ ਦਾ ਫਲ ਸੁੱਖ ਰੂਪ ਹੈ, ਅਮੀਰੀ ਹੈ, ਤੰਦਰੁਸਤੀ। ਮਾੜੇ ਕੰਮਾਂ ਦਾ ਫਲ ਜਿਹੜਾ ਦੁੱਖ ਰੂਪ ਹੈ, ਬਿਮਾਰੀ ਹੈ, ਗਰੀਬੀ ਹੈ। ਜਿਹਨੂੰ ਨਹੀਂ ਪਿਛਲੇ ਜਨਮਾਂ ਦੇ ਕਰਮਾਂ ਦਾ ਗਿਆਨ, ਉਹ ਦੁਖੀ ਹੁੰਦਾ ਰਹਿੰਦਾ ਹੈ ਕਿ ਮੈਂ ਕਿਉਂ ਦੁਖੀ, ਉਹਨੂੰ ਸਮਝ ਹੀ ਨਹੀਂ ਆ ਰਹੀ। ਉਹਨੂੰ ਸਮਝ ਹੀ ਨਹੀਂ ਆ ਰਹੀ ਕਿ ਤੂੰ ਕਿਉਂ ਦੁਖੀ ਹੈ। ਇੱਕ ਬੰਦੇ ਬੱਚਾ ਪੈਦਾ ਹੋਇਆ, ਪੈਦਾ ਦੇ ਬਿਮਾਰ ਹੈ, ਤਾਂ ਕੱਲ੍ਹ ਪਰਸੋਂ ਦੀ ਡੈਥ ਹੋਈ। 21 ਲੱਖ ਮਾਂ ਪਿਓ ਦਾ ਲੱਗ ਗਿਆ। ਜੰਮਦੇ ਬਿਮਾਰ ਹੈ, 21 ਲੱਖ ਲੱਗ ਗਿਆ, ਬੱਚਾ ਫਿਰ ਵੀ ਤੰਦਰੁਸਤ ਨੇ ਮਰ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਰਕਾਰ ਇਸਨੇ ਕੀ ਕੀਤਾ ਸੀ, ਕੀ ਕੀਤਾ, ਕਿਉਂ 21 ਲੱਖ ਰੁਪਈਆ ਲੱਗ ਗਿਆ ਹੈ, ਕਿਉਂ ਲੱਗ ਗਿਆ। ਕਈ ਬੱਚੇ ਨਾ ਮਾਂ ਪਿਓ ਨੂੰ ਫਾਇਦਾ ਪਹੁੰਚਾਉਣ ਆਉਂਦੇ ਨੇ ਪਿਛਲੇ ਕਰਮਾਂ ਕਾਰਨ, ਅਤੇ ਕਈ ਮਾਂ ਪਿਓ ਦਾ ਨੁਕਸਾਨ ਕਰਨ ਆਉਂਦੇ ਨੇ ਪਿਛਲੇ ਕਰਮਾਂ ਕਾਰਨ। ਇਹ ਹਿਸਾਬ ਕਿਤਾਬ ਹੁੰਦੇ ਨੇ। ਲੱਖਾਂ ਰੁਪਇਆ ਕਿਸੇ ਦਾ ਨੁਕਸਾਨ ਕੀਤਾ ਹੁੰਦਾ ਹੈ। ਹੁਣ ਉਹਨੇ ਹਿਸਾਬ ਕਿਤਾਬ ਕਰਨਾ। ਪਰਮਾਤਮਾ ਪੁੱਤਰ ਬਣਾ ਕੇ ਉਹਦੇ ਘਰ ਭੇਜਦਾ, ਜਾ ਅਤੇ ਨਾਲੇ ਬਿਮਾਰ ਕਰਦਾ ਵੀ ਪੁੱਤਰ ਮੋਹ ਕਾਰਨ ਤੇਰੇ 'ਤੇ ਪੈਸਾ ਖਰਚੀ ਜਾਣਗੇ। ਜਿੰਨਾ ਇਹਨਾਂ ਨੇ ਕੀਤਾ ਸੀ ਪਿਛਲੇ ਜਨਮ, ਜਦੋਂ ਹਿਸਾਬ ਹੋ ਗਿਆ ਤੇਰੀ ਡੈਥ ਹੋ ਜਾਣੀ। ਅੱਜ ਘਟਨਾ ਸੁਣਾਉਣ ਨੂੰ ਮੇਰੇ ਕੋਲ ਟਾਈਮ ਨਹੀਂ, ਕੱਲ੍ਹ ਨੂੰ ਜੇ ਸਮਾਂ ਮਿਲਿਆ ਫਿਰ ਮੈਂ ਸੁਣਾਵਾਂਗਾ ਵੀ ਕਿਵੇਂ ਹਿਸਾਬ ਕਿਤਾਬ ਹੁੰਦਾ ਹੈ। ਇਸ ਲਈ ਕਹਿੰਦੇ ਨੇ ਜਿਹੜੇ ਬੱਚੇ ਨੇ ਇਹ ਤਾਂ ਸੰਯੋਗਾਂ ਕਾਰਨ ਸਾਨੂੰ ਮਿਲੇ ਹੋਏ ਨੇ। ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਹੀ ਹੁਣ ਅਸੀਂ ਇੱਥੇ ਇਕੱਠੇ ਹੋਏ ਹਾਂ। ਹੁਣ ਆਪਾਂ ਸਤਸੰਗ ਜਿਹੜੇ ਲੋਕ ਕਰਦੇ ਰਹਿੰਦੇ ਨੇ, ਇਕੱਠੇ ਹੁੰਦੇ ਨੇ। ਚਲੋ ਹੁਣ ਤਾਂ ਸਰਕਾਰ ਨੇ ਮਨ੍ਹਾ ਕੀਤਾ ਹੋਇਆ ਨਾ ਕਿ ਭਾਈ ਇਕੱਠ ਨਹੀਂ ਕਰਨਾ, ਅਤੇ ਆਪ ਜੀ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਘਰ ਬੈਠ ਕੇ ਹੀ ਕਥਾ ਵਾਰਤਾ ਸੁਣਿਆ ਕਰੋ। ਇੱਥੇ ਭੁੱਲ ਭੁਲੇਖੇ 'ਚ ਨਾ ਆਇਆ ਕਰੋ, ਕਿਉਂਕਿ ਸਾਡੀ ਕਲੋਨੀ 'ਚ ਵੀ ਜਿਹੜਾ ਹੈ ਕਰੋਨਾ ਹੋ ਗਿਆ ਹੈ,
तो फिर जे अगे अगे फैल जाएगा, फिर वक्त खड़ा हो जाएगा। मेरे तो तुहानू हो सकता, तुहाडे तो मैनू हो सकता है, वक्त तो पता नहीं किन्नियां नू खड़ा हो जाना। इसलिए ਜਿਹੜੇ भी मेरी कथा वार्ता सुन रहे हैं, कई बार वो अचानक आ जाते हैं, उन्होंने बेनती है कि इत्थे आ जिहड़े दो लड़के ने ਜਿਹੜੇ कैमरे ਦਾ ਚਲਾਉਂਦੇ ਨੇ, ਇਹਨਾਂ ਤੋਂ ਬਿਨਾਂ बाकी सारी संगत घर बैठ के कथा वार्ता सुनिया करे। कल तो इत्थे नहीं होना, मेरी बेनती प्रवान कर रही है। नहीं तो किते जिहा ना हो कि साढ़े पिछले जन्म का कोई कर्मां का हिसाब किताब होने लग जाए, फिर औखा हो जाएगा जी। क्योंकि कर्म करने आसान होंदे ने, वो फिर जो भुगने पैंदे ने। वो कई बार मैं किसी को फोन कर देना, पहला बीबी कलाई दे बोलना टेप किया तो ना, कहते थोड़ी सी अनगहली से आपका बहुत बड़ा नुकसान हो सकता है, इसलिए मुंह ढक कर बाहर निकलो, दूरी बना कर रखो, अगर बहुत ज़रूरी काम है तब बाहर निकलो, नहीं तो घर में रहो। हाँ जी, इस तरह पहले बोल दे, फिर जाकर ट्री शुरू होती है। सो इसलिए गुरु महाराज कहते हैं करमी करमी होए विचार। फिर कर्मां के अनुसार मनुख का हिसाब किताब होंदा है, हर एक कर्म का हिसाब किताब होंदा है। सच्चा आप, सच्चा दरबार, वो आप भी सच्चा है, तो उसका दरबार, उसकी जी कचहरी है जिथे जाके साडा हिसाब किताब होना ना, वो भी सच्ची है। वो संसार कचहरियाँ नहीं हैगियां भी जिथे ठगी ठोरी चल पेगी, रिश्वत चल पेगी, होर कुछ हो जाएगी। वो तो सच्चा है, उसका दरबार भी सच्चा है, उत्थे झूठियां नूं टिकण लई कोई थां नहीं है। इसलिए वो दरबार दे विच, सच्चे दे दरबार दे विच साडे कर्मां दा हिसाब किताब होना है। तिथै सोहन पंच परवान। पंच पिछे आया सी शब्द कि वो गुरमुख प्यारे जिहड़े परमात्मा दे हुक्म नूं सुणदे ने, फिर उहदे हुक्म नूं मनदे ने। क्योंकि परमात्मा कहना हुक्म रजाई चलना, नानक लिखिया नाल। परमात्मा कहना तुसी मेरे हुक्म च चलना है। हुक्म च असीं तां ही चलां जे पहला हुक्म नूं सुनांगे। मान लो मैं गौरमेंट का कोई ढंडोरा सुनदा ही नहीं, तो मैनूं की पता लगे भी की क्या है। जे मैं उन्हां दे हुक्म नूं सुनांगा कि भाई जिहड़ा बिना मास्क दे मूँह ढके बाहर सानूं टक्कर गया ना, उन्होंने असीं जिहड़ा है जुर्माना करना। जे तो मैं सुन लिया तो थोड़ा जिहा मैं सियाणा तो अपना तो दूजे का बचाव करना चाहना, तो फिर तो मैं मूँह ढक के जावांगा। तो जे मैं होया कमला तो फिर नंगे मूँह तुरिया फिरांगा। हाँ, तुसीं कार च बैठे हो, अपना एक परिवार बैठा, मान लो परिवार है, एक परिवार है, वो घर च हर मूँह एक दूजे का मूँह थोड़े पर ढक के रखते। परिवार कार में बैठा है, फिर मूँह ढकण की लोड़ नहीं कि अपने जी बैठे ने। पर जे तुसीं टैक्सी दे विच बैठे हुए हो तो ड्राइवर भी होर है, हो सकता टैक्सी दे विच होर कोई सीट जो बैठा बंदा वो कितों होरों होवे, उदों सारे का फर्ज बनता मूँह ढक के बहना। इसलिए पहला जे असीं हुक्म सुनांगे तां ही मनांगे ना। इसलिए कहते परमात्मा का हुक्म है। जिन्हों ने हुक्म सुनिया, चार पौड़ियाँ सुनन दियां ने, फिर जिन्होंने मनिया चार पौड़ी मनन दियां ने। उन्होंने गुरबाणी च लिखिया पंच भाव महापुरख संत महात्मा। तिथै सोहन पंच प्रवान। ये जिहड़ा धर्म खंड दे विच ना, वो संत महात्मा जिहड़े परमात्मा दी नज़रां च प्रवान हो चुके ने, वो उत्थे सोहणे लगदे ने, उत्थे रहिंदे, वो सोहणे लगदे उत्थे। नदरी कर्म पवै निशान। नदरी परमात्मा, एक है नदरी परमात्मा की किरपा दृष्टि नाल। नदरी परमात्मा, कर्म बख्शिश नाल। परमात्मा की बख्शिश दा कर्म बख्शिश नूं कहंदे ने, नदर किरपा दृष्टि नूं कहंदे ने, ते नदरी किरपा दृष्टि वाला पा परमात्मा। नदरी कर्म पवै निशान। उन्हां ते जिहड़े पंच ने ना, उन्हां ते परमात्मा दी बख्शिश दा मत्थे ते निशान पै जांदा है। जिवें आपां ठप्पा ला दिंदे, देखो अफसर दस्तखत कर दिंदा, क्लर्क फिर मोहर लांदा है,
ਠੱਪ ਲੱਗ ਗਿਆ ਨਾ। ਨਿਰੇ ਦਸਖਤਾਂ ਨਾਲ ਵੀ ਨਹੀਂ ਚੱਲੂਗਾ, ਨਿਰੀ ਮੋਹਰ ਨਾਲ ਵੀ ਨਹੀਂ ਚੱਲੇਗਾ। ਸਰਟੀਫਿਕੇਟ ਜਿਹੜਾ ਹੁੰਦਾ ਹੈ ਨਿਰੀ ਮੋਹਰ ਨਾਲ ਨਹੀਂ ਚੱਲਦਾ, ਉੱਤੇ ਦਸਖਤ ਹੈ ਨਹੀਂ। ਨਿਰੇ ਦਸਖਤਾਂ ਨਾਲ ਵੀ ਨਹੀਂ ਚੱਲਦਾ ਕਿਉਂਕਿ ਮੋਹਰ ਹੈ ਨਹੀਂ। ਡੀਸੀ ਸਾਹਿਬ ਨੇ ਦਸਖਤ ਕੀਤੇ ਨੇ ਔਰ ਡੀਸੀ ਮੋਹਰ ਵੀ ਲੱਗੇਗੀ ਨਾਲ, ਫਿਰ ਉਹ ਮੰਨਿਆ ਜਾਵੇਗਾ। ਇਸ ਲਈ ਇਹ ਜਿਹੜੇ ਨੇ ਪੰਜ, ਇਹਨਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਦਾ ਨਿਸ਼ਾਨ ਲੱਗਾ ਹੈ, ਭਾਵ ਉਹਨਾਂ 'ਤੇ ਬਖਸ਼ਿਸ਼ ਹੋਈ ਹੈ ਪਰਮਾਤਮਾ ਦੀ। ਕੱਚ ਪਕਾਈ ਉੱਥੇ ਪਾਏ, ਕੌਣ ਕੱਚਾ ਹੈ ਕੌਣ ਪੱਕਾ ਹੈ, ਇਹ ਤਾਂ ਉੱਥੇ ਜਾ ਕੇ ਪਤਾ ਲੱਗੂ। ਕੱਚ ਪੱਕੇ ਪਾਏ ਮੈਨੇ ਪਰਖ, ਕੱਚੇ ਪੱਕੇ ਦੀ ਪਰਖ ਤਾਂ ਉੱਥੇ ਜਾ ਕੇ ਹੋਣੀ, ਪਰਮਾਤਮਾ ਦੇ ਦਰਗਾਹ 'ਚ ਜਾ ਕੇ ਹੋਣੀ ਕੱਚੇ ਪੱਕੇ ਦੀ ਪਰਖ। ਉੱਥੇ ਜਾ ਕੇ, ਇੱਥੇ ਤਾਰੀਖ ਮੈਂ ਵਧੀਆ ਜੀ, ਮੈਂ ਹਾਂ ਜੀ, ਮੈਂ ਕਿਤੋਂ ਘੱਟ ਹਾਂ ਜੀ, ਉੱਥੇ ਜਾ ਕੇ ਪਤਾ ਲੱਗੂ। ਇੱਥੇ ਤਾਂ ਆਪਾਂ ਸ਼ੋਅ ਕਰ ਸਕਦੇ ਹਾਂ। ਮਨੁੱਖ ਬਹੁਤ ਕੁਛ ਸੰਸਾਰ ਤੋਂ ਛੁਪਾ ਲੈਂਦਾ ਹੈ, ਔਰ ਛੁਪਾਉਣਾ ਵੀ ਚਾਹੀਦੀ ਹੈ। ਸਾਰਾ ਕੁਝ ਸੰਸਾਰ ਨੂੰ ਨਹੀਂ ਦੱਸਣਾ ਚਾਹੀਦਾ। ਪਿਤਾ ਜੀ ਸੱਚ ਬੋਲਦੇ ਹੁੰਦੇ ਸਨ। ਮੈਂ ਪਿਤਾ ਜੀ ਇਹ ਝੂਠਿਆਂ ਦਾ ਦੇਸ਼ ਹੈ, ਸੱਚ ਸੱਚਿਆਰੇ ਅੱਗੇ ਬੋਲਿਆ ਜਾਂਦਾ ਹੈ। ਜਿੱਥੇ ਅੱਗੇ ਝੂਠੇ ਬੈਠੇ ਨੇ, ਇੱਥੇ ਸੱਚ ਬੋਲ ਕੇ ਆਪ ਹੀ ਵਕਤ ਖੜਾ ਕਰਨਾ ਹੈ। ਝੂਠਿਆਂ ਦੇ ਵਿੱਚ ਜੇ ਤੁਸੀਂ ਸੱਚ ਬੋਲੋਗੇ ਨਾ, ਤੁਹਾਡੇ ਲਈ ਵਕਤ ਖੜਾ ਹੋ ਜਾਏਗਾ। ਸੱਚ ਵੀ ਜਿੱਥੇ ਸੱਚੇ ਬੈਠੇ ਲੋਕ, ਉੱਥੇ ਬੋਲਣਾ ਚਾਹੀਦਾ। ਪਰ ਉਹਨਾਂ ਦਾ ਸੁਭਾਅ ਸੀ, ਉਹ ਸਾਰੀ ਉਮਰ ਸੱਚ ਹੀ ਬੋਲੇ। ਉਹਨਾਂ ਨੇ ਸਾਰੀ ਉਮਰ ਸੱਚ ਹੀ ਬੋਲੇ। ਮੈਂ ਹੈਰਾਨ ਇੱਕ ਵਾਰੀ, ਉਹ ਟੋਟਲ ਅਨਪੜ੍ਹ ਸਨ, ਊੜਾੜਾ ਵੀ ਨਹੀਂ ਸੀ ਆਉਂਦਾ, ਦਸਖਤ ਨਹੀਂ ਸੀ ਆਉਂਦੇ, ਅੰਗੂਠਾ ਲਾਉਣ ਵਾਲੇ। ਗੁਰਦੁਆਰਿਆਂ ਨੇ ਉਹਨਾਂ ਨੂੰ ਕੈਸ਼ੀਅਰ ਬਣਾਤਾ। ਉਹ ਕਹਿੰਦੇ ਮੈਂ ਅਨਪੜ੍ਹ ਹਾਂ, ਮੈਂ ਪੈਸੇ ਦਾ ਹਿਸਾਬ, ਕਹਿੰਦੇ ਤੇਰੇ ਮੁੰਡੇ ਪੜ੍ਹੇ ਹੋਏ ਨੇ, ਤੂੰ ਜਾ ਕੇ ਦੱਸ ਦਿਆ ਕਰ, ਉਹ ਆਪੇ ਕਾਪੀ 'ਤੇ ਲਿਖ ਲਿਆ ਕਰਨ। ਸਿਰਫ ਉਹਨਾਂ ਦੀ ਇਮਾਨਦਾਰੀ ਕਾਰਨ ਹੀ ਉਹਨਾਂ ਨੂੰ ਗੁਰਦੁਆਰੇ ਦਾ ਜਿਹੜਾ ਹੈ ਇਹ ਕੈਸ਼ੀਅਰ ਬਣਾ ਦਿੱਤਾ ਗਿਆ। ਮੈਂ ਕਹਾ ਕੇ ਛੁਡਾਤਾ, ਮੈਂ ਪਿਤਾ ਜੀ ਇਹ ਅਨਪੜ੍ਹਾਂ ਦਾ ਕੰਮ ਨਹੀਂ ਹੈਗਾ, ਅਸੀਂ ਡਿਊਟੀਆਂ ਵਾਲੇ ਹਾਂ, ਅਸੀਂ ਛੁੱਟੀ ਕੱਢ ਕੇ ਚਲੇ ਜਾਵਾਂਗੇ, ਫਿਰ ਕੌਣ ਹਿਸਾਬ ਕਿਤਾਬ ਰੱਖੇਗਾ। ਮੈਂ ਉਹਨੂੰ ਬੇਨਤੀ ਕੀਤੀ ਪਿੰਡ ਵਾਲੇ, ਮੈਂ ਭਾਈ ਇਹਨਾਂ ਦੇ ਵੱਸ ਦਾ ਨਹੀਂ ਹੈਗਾ, ਤੁਸੀਂ ਆਪਣੇ ਕੋਈ ਹੋਰ ਬੰਦਾ ਰੱਖੋ। ਸੋ ਕੱਚੇ ਪੱਕੇ ਦੀ ਪਰਖ ਤਾਂ ਉੱਥੇ ਜਾ ਕੇ ਹੋਣੀ। ਨਾਨਕ ਗਇਆਂ ਜਾਪੈ ਜਾਏ, ਜਾਪੈ ਜਾਏ ਨਾ ਪਤਾ ਲੱਗਣਾ, ਉੱਥੇ ਜਾ ਕੇ ਪਤਾ ਲੱਗੂ। ਨਾਨਕ ਗਇਆਂ ਜਾ ਕੇ ਜਾਪੈ ਜਾਏ, ਪਤਾ ਲੱਗੇਗਾ ਵੀ ਕੌਣ ਕੱਚਾ ਹੈ ਅਤੇ ਕੌਣ ਪੱਕਾ ਹੈ, ਕੌਣ ਵਧੀਆ ਅਤੇ ਕੌਣ ਘਟੀਆ। ਇਹ ਤਾਂ ਉੱਥੇ ਪਰਮਾਤਮਾ ਦੇ ਦਰ 'ਤੇ ਜਾ ਕੇ ਪਤਾ ਲੱਗੇਗਾ। ਇਹ ਸੀ ਗਿਆਨ, ਇਹ ਸੀ ਧਰਮ ਖੰਡ। ਕੱਲ੍ਹ ਨੂੰ ਫਿਰ ਇਹ ਸੀ ਧਰਮ ਖੰਡ, ਅੱਗੇ ਕੱਲ੍ਹ ਨੂੰ ਫਿਰ ਗਿਆਨ ਖੰਡ ਸ਼ੁਰੂ ਹੋਏਗਾ ਅਤੇ ਅੱਗੇ ਦੂਜੇ ਖੰਡ ਸ਼ੁਰੂ ਹੋਣਗੇ। ਹੁਣ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।